ਬਹੁਤ ਵੱਡੇ ਸੰਵਾਦ ਦੀ ਲੋੜ ਸੀ। ਸੰਵਾਦ ਤੋਂ ਇਹਨਾਂ ਨੇ ਲਗਾਤਾਰ ਤਾਲਾ ਵੱਟਿਆ ਏਜੰਡਾ ਬਣਾਉਣ ਤੋਂ ਟਾਲਾ ਵੱਟਿਆ ਤੇ ਮੁੜ ਕੇ ਆ ਕੇ ਹੁਣ ਸਿੱਧੀ ਛਾਲ ਮਾਰਤੀ। ਮੈਂ ਤਾਂ ਇਹ ਕਹਿ ਸਕਦਾ, ਉਹ ਜਿਵੇਂ ਕਹਿੰਦੇ ਹੁੰਦੇ ਨਾ, ਚੜ ਜਾ ਬੱਚਾ ਸੂਲੀ ਰੱਬ ਭਲੀ ਕਰੂਗਾ, ਕਿਤੇ ਇਹੀ ਜਿਹੀ ਗੱਲ ਨਾ ਹੋ ਜੇ। ਅੱਜ ਇਹੀ ਕਿਸਾਨ ਜਥੇਬੰਦੀਆਂ ਏਜੰਡੇ ਲੈ ਕੇ ਪਾਰਟੀਆਂ ਨੂੰ ਕਹਿੰਦੀਆਂ ਆਓ ਦੱਸੋ ਖੇਤੀ ਦਾ ਕੀ ਬਣੂਗਾ, ਕੀ ਆ ਤੁਹਾਡੇ ਕੋਲੇ, ਤੁਹਾਡੇ ਮੈਨੀਫੈਸਟੋ 'ਚ ਕੀ ਦਰਜ ਹੋਊ, ਸਿੱਖਿਆ ਦਾ ਕੀ ਬਣੂਗਾ, ਇਹਦਾ ਕੀ ਬਣੂਗਾ ਦੱਸੋ ਸਾਨੂੰ। ਇਹਨਾਂ ਦੇ ਦਰਬਾਰ 'ਚ ਹੱਥ ਜੋੜ ਕੇ ਪੇਸ਼ ਹੋਣਾ ਸੀ ਉਹਨਾਂ ਨੇ। ਹੁਣ ਕਿੱਦਾਂ ਉਹਨਾਂ ਨੇ ਹੁਣ ਤਾਂ ਸ਼ਰੀਕਾਪਣਾ, ਹੁਣ ਤਾਂ ਲੜਾਈ ਆ ਨਾ। 117 ਬੰਦੇ ਜਦੋਂ ਸਾਹਮਣੇ ਆਉਣਗੇ ਨਾ, ਜਦੋਂ ਫਿਰ ਉਹਨਾਂ ਦੀ ਚੀਰ ਫਾੜ ਹੋਈ, ਜਦੋਂ ਕਿਉਂਕਿ ਚਿਹਰਿਆਂ ਤੇ ਸਿਆਸਤ ਆਉਗੀ, ਮੁੱਦੇ ਤਾਂ ਹਾਲੇ ਗਾਇਬ ਨੇ, ਚੋਣ ਸਿਰ ਤੇ ਖੜੀ ਆ। ਮੈਂ ਕਹਿੰਦਾ ਕਿਸੇ ਨੇ 13 31 ਪ੍ਰੋਗਰਾਮ ਦੇਤਾ, ਕਿਸੇ ਨੇ 15 ਦੇਤਾ, ਕਿਸੇ ਨੇ ਕੋਈ ਕਰੀ ਜਾਂਦਾ। ਤੁਸੀਂ ਤਾਂ ਹਾਲੇ ਲੋਕਾਂ ਦੇ ਸਾਹਮਣੇ ਉਹ ਰੱਖਣਾ ਨਾ ਨਹੀਂ ਕਾਗਜ਼, ਉਹਦੇ ਬਾਰੇ ਫਿਰ ਤੈਨੂੰ ਸਵਾਲ ਹੋਣਗੇ। ਅੱਜ 5-4 ਸਵਾਲ ਹੋਏ ਨੇ, ਨਾਲ ਦੀ ਨਾਲ ਕਿਵੇਂ ਬੋਲ ਗਏ। ਨਾਲ ਦੀ ਨਾਲ ਪਹਿਲੀ ਪ੍ਰੈਸ ਕਾਨਫਰੰਸ ਸੀ ਨਾ ਜੀ, ਜਦੋਂ ਅਗਲੀ ਪ੍ਰੈਸ ਕਾਨਫਰੰਸ ਹੋਊ ਫਿਰ ਹੋਰ ਤਾਬੜਤੋੜ ਹਮਲੇ ਹੋਣਗੇ। ਹੁਣ ਤੱਕ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਚਾਹੁੰਦਾ ਹੈ, ਪੰਜਾਬ ਕੈਪਟਨ ਦੀ ਸਰਕਾਰ, ਹੁਣ ਚਾਹੁੰਦਾ ਹੈ ਪੰਜਾਬ ਰਾਜੇਵਾਲ ਦੀ ਸਰਕਾਰ ਹੋ ਜੂ। ਭਾਜਪਾ ਦੀ ਇੱਕੋ ਇੱਕ ਨੀਤੀ ਆ, ਪੰਜਾਬ 'ਚ ਹੱਗ ਅਸੈਂਬਲੀ ਆਵੇ। ਇਸੇ ਕਰਕੇ ਉਹ ਵੱਧ ਤੋਂ ਵੱਧ ਘਚੋਲਾ ਪਾਊ ਸਿਆਸਤ ਆ ਜਿਹੜੀ ਇੱਥੇ ਕਰ ਰਹੀ ਆ, ਤਾਂ ਕਿ ਵੱਧ ਤੋਂ ਵੱਧ ਵੋਟਾਂ ਵੰਡੀਆਂ ਜਾਣ। ਪਰ ਦੇਖੋ ਪੰਜਾਬ ਦਾ ਇਤਿਹਾਸ ਇਹ ਰਿਹਾ, ਪੰਜਾਬ ਇੱਕ ਮੋਰੀ ਥਾਂ ਲੰਘ ਜਾਂਦਾ ਆਖਰ ਦੇ ਵਿੱਚ ਆ ਕੇ। ਪਹਿਲੀ ਗੱਲ ਤਾਂ ਕੱਲ ਨੂੰ ਵੀ ਵੱਡੀਆਂ ਖਬਰਾਂ ਆਉਣਗੀਆਂ, ਸੰਯੁਕਤ ਨਾ ਪੰਜਾਬ ਦਾ ਕਿਸਾਨ ਅੰਦੋਲਨ ਦਫਾੜ, ਮਤਲਬ ਇਹਦਾ ਤੁਹਾਨੂੰ ਲੱਗਦਾ ਮੀਡੀਆ 'ਚ ਇੰਪੈਕਟ ਨਹੀਂ ਪਊ, ਕਿਉਂਕਿ ਭਾਜਪਾ ਤਾਂ ਚਾਹੁੰਦੀ ਆ ਵੀ ਇਹ ਉਹਨਾਂ ਦੇ ਪਾਲੇ ਜਾ ਕੇ ਲੜਨ ਤੇ ਇਹਨਾਂ ਨੂੰ ਫੇਰ ਪਤਾ ਲੱਗੂ ਵੀ ਕਿਹੜੇ ਭਾਅ ਵਿਕਦੀ ਆ। ਮੈਂ ਤਾਂ ਕਹਿੰਦਾ 117 ਜਿੱਤ ਜਾਣ, ਮੇਰੀ ਤਾਂ ਅਰਦਾਸ ਇਹ ਆ, ਪਰ ਹਾਲਾਤ ਮੈਨੂੰ ਦੱਸ ਰਹੇ ਨੇ ਕਿਹੋ ਜਿਹੇ। ਹੁਣ ਇਹ ਤਾਂ ਤੁਸੀਂ ਕਹਿ ਨਹੀਂ ਸਕਦੇ ਵੀ ਜਿਹੜਾ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਸੀ ਉਹ ਇਸ ਕਰਕੇ ਦਿੱਤਾ ਸੀ ਵੀ ਜਿਹੜੀ ਚੋਣ ਲੜੋਗੇ ਤੁਸੀਂ, ਚੋਣ 'ਚ ਜਿਹੜੀ ਸਿਆਸਤ ਅਪਣਾਓਗੇ ਉਹਨੂੰ ਵੀ ਸਮਰਥਨ ਆ। ਉਹ ਤਾਂ ਅੱਜ ਤੱਕ ਤੁਹਾਨੂੰ ਨਹੀਂ ਪਤਾ ਵੀ ਸਾਡੀ ਸਿਆਸਤ ਕੀ ਹੋ, ਤੇ ਲੋਕ ਸਿਆਸਤ ਕਿਹੜੀ ਨੂੰ ਸਮਰਥਨ। ਫਿਰ ਤਾਂ ਬੰਦਿਆਂ ਦੀ ਲੜਾਈ ਹੋ ਗਈ ਨਾ ਜੀ, ਚਿਹਰਿਆਂ ਦੀ ਲੜਾਈ ਹੋ ਗਈ ਨਾ ਜੀ। ਜੇ ਆਮ ਆਦਮੀ ਪਾਰਟੀ ਦਾ ਸਮਝੌਤਾ ਹੋ ਜਾਂਦਾ ਸੰਯੁਕਤ ਸਮਾਜ ਮੋਰਚੇ ਦਾ, ਫਿਰ ਕੀ ਹੋਊਗਾ? ਵੋਟਰ ਕੀ ਸੋਚੂਗਾ, ਲੋਕ ਕੀ ਸੋਚਣਗੇ? ਰਾਜੇਵਾਲ ਸਾਹਿਬ ਬਾਰੇ ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਵੀ ਕਿਹਾ ਸੀ ਵੀ ਰਾਜੇਵਾਲ ਸਾਹਿਬ ਆਪਦੀ ਗੱਲ 'ਚ ਪਾੜੇ ਬਹੁਤ ਛੱਡਦੇ ਨੇ। ਉਹਦੇ ਜਦੋਂ ਦੂਜੇ ਅਰਥ ਨਿਕਲਦੇ ਨੇ ਫਿਰ ਕਹਿੰਦੇ ਨੇ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ। ਜਿਹੜਾ ਉਹਨਾਂ ਨੇ ਕਿਹਾ ਹਾਲ ਦੀ ਘੜੀ ਵੀ ਇਹਦੇ ਵਿੱਚ ਆਪਦੇ ਆਪ ਪਿਆ। ਇਹਦਾ ਮਤਲਬ ਤੁਹਾਨੂੰ 117 ਸੀਟਾਂ ਤੇ ਜਿੱਤਣ ਦਾ ਭਰੋਸਾ ਨਹੀਂ, ਇਹਦਾ ਮਤਲਬ ਅੱਗੇ ਕਿਸੇ ਨਾਲ ਵੀ ਅਲਾਈਅੰਸ ਹੋ ਸਕਦਾ। ਫਿਰ ਉਹ ਲੋਕ ਤੋਂ ਹੀ ਸਵਾਲ ਕਰ ਰਹੇ ਸੀ ਨਾ, ਵੋਟ ਕਿਹਨੂੰ ਪਾਈਏ? ਉਹਨਾਂ ਨੇ ਉਹ ਪੁੱਛਦੇ ਸੀ, ਅਗਲੇ ਨੇ ਆਪਸ਼ਨ ਦੇਤੀ ਵੀ ਠੀਕ ਹੈ ਅਸੀਂ ਇਹ ਵੀ ਮੋਰਚਾ ਲੈ ਕੇ ਆ ਗਏ। ਆਪਦੇ ਆਪ ਇਹ ਭਟਕਾਊ ਆਪਸ਼ਨ ਆ। ਬੰਦੇ ਬਦਲਣ ਨਾਲ ਕੀ ਪੰਜਾਬ ਦਾ ਮਸਲਾ ਹੱਲ ਹੋ ਜੂ? ਚਿਹਰੇ ਬਦਲਣ ਨਾਲ ਕੀ ਪੰਜਾਬ ਦਾ ਸੰਕਟ ਦੂਰ ਹੋ ਜੂ? ਇਹ ਸਵਾਲ ਇਹਨਾਂ ਸਾਹਮਣੇ ਵੀ ਉਸੇ ਤਰ੍ਹਾਂ ਖੜਾ ਜਿਵੇਂ ਬਾਕੀ ਸਾਰੇ ਉਹਨਾਂ ਕੋਲੇ ਖੜਾ ਸੀ। ਉਹ ਜਥੇਬੰਦੀਆਂ ਜੋ ਨਹੀਂ ਜਾਣਗੀਆਂ ਇਹਨਾਂ ਦੇ ਨਾਲ, ਕਿ ਉਹ ਵਿਰੋਧ ਕਰਨਗੀਆਂ, ਉਹ ਪ੍ਰੈਸ਼ਰ ਬਣਾਉਣਗੀਆਂ। ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਸਾਰੇ ਸਹਿਮਤ ਹਾਂ, ਪਰ ਉਹ ਕਿਸ ਤਰੀਕੇ ਨਾਲ ਜਾ ਕੇ ਅੱਗੇ ਇਹ ਆਪਦੀ ਗੱਲ ਰੱਖਣਗੇ। ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਆ ਉਗਰਾਹਾਂ, ਜਿਹੜੀ ਉਹਨਾਂ ਦੀ ਲਾਈਨ ਆ ਉਹਨੂੰ ਵੀ ਮੈਂ ਦਰੁਸਤ ਨਹੀਂ ਸਮਝਦਾ। ਜਿਹੜੇ ਕਹਿੰਦੇ ਵੋਟਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ, ਉਹ ਵੀ ਪੰਜਾਬ ਲਈ ਏਜੰਡਾ ਨਹੀਂ ਪੇਸ਼ ਕਰਦੇ ਸਿਆਸੀ ਪਾਰਟੀ ਮੂਹਰੇ ਵੀ ਇਹਨਾਂ ਗੱਲਾਂ ਦੇ ਜਵਾਬ ਦਿਓ। ਰਾਜੇਵਾਲ ਸਾਹਿਬ ਬਹੁਤ ਵੱਡੇ ਕਿਸਾਨ ਆਗੂ ਨੇ, ਉਹਨਾਂ ਦਾ ਬਹੁਤ ਵੱਡਾ ਕੱਦ ਆ। ਕਿਸਾਨ ਮੋਰਚੇ 'ਚ ਬਹੁਤ ਹਾਂ ਪੱਖੀ ਰੋਲ ਉਹਨਾਂ ਨੇ ਨਿਭਾਇਆ, ਮੋਰਚੇ ਨੂੰ ਸੇਧ ਲਈ ਜਾਂ ਟੇਬਲ ਦੇ ਉੱਤੇ। ਪਰ ਉਹ ਖੇਤੀ ਕਾਨੂੰਨਾਂ ਤੇ ਹਰਾਇਆ ਪਾਰਟੀਆਂ ਨੂੰ, ਸਰਕਾਰਾਂ ਨੂੰ। ਖੇਤੀ ਕਾਨੂੰਨ ਕੀ ਨੇ, ਇਹਨਾਂ ਦਾ ਇੰਪੈਕਟ ਕੀ ਆ, ਸਿਆਸਤ ਦੇ ਵਿੱਚ ਨਹੀਂ ਹਰਾਇਆ ਵੀ ਜਿਹੜੀ ਤੁਹਾਡੀ ਸਾਰੀ ਸਿਆਸਤ ਆ ਉਹ ਕਿਵੇਂ ਲੋਕ ਵਿਰੋਧੀ ਆ ਜਾਂ ਲੋਕ ਪੱਖੀ ਨਹੀਂ, ਜਾਂ ਇਹ ਸਾਰੀ ਮਜ਼ਦੂਰ ਕਿਸਾਨ ਪੱਖੀ, ਕਰਮਚਾਰੀ ਪੱਖੀ, ਪੰਜਾਬ ਪੱਖੀ, ਇਹ ਕਿਵੇਂ ਬਣੂਗੀ? ਪ੍ਰੈਸ਼ਰ ਪਾਇਆ ਜਾ ਰਿਹਾ ਸੀ, ਜਿਵੇਂ ਪ੍ਰੈਸ ਕਾਨਫਰੰਸ ਕੀਤੀ ਗਈ ਗੱਲ, ਪ੍ਰੈਸ਼ਰ ਪਾਇਆ ਜਾ ਰਿਹਾ ਸੀ। ਜੇ ਪ੍ਰੈਸ਼ਰ ਨਾ ਪੈਂਦਾ ਕਿ ਇਹ ਅਨਾਉਂਸਮੈਂਟ ਨਹੀਂ ਹੁੰਦੀ। ਸਵਾਲ ਪ੍ਰੈਸ਼ਰ ਦਾ ਨਹੀਂ, ਪ੍ਰੈਸ਼ਰ ਤਾਂ ਉਦੋਂ ਵੀ ਪਾਇਆ ਜਾ ਰਿਹਾ ਸੀ ਰਿੰਗ ਰੋਡ ਤੇ ਚੱਲੋ, ਪ੍ਰੈਸ਼ਰ ਤਾਂ ਉਦੋਂ ਵੀ ਪਾਇਆ ਜਾ ਰਿਹਾ ਸੀ ਉਹਨੂੰ ਐਂ ਘੇਰੋ। ਪ੍ਰੈਸ਼ਰ ਦੇ ਸਾਹਮਣੇ ਝੁਕਣਾ ਨਹੀਂ ਹੁੰਦਾ ਲੀਡਰਸ਼ਿਪ ਨੇ ਉਸ ਪ੍ਰੈਸ਼ਰ ਦਾ ਤੱਤ ਸਮਝ ਕੇ ਉਹਨੂੰ ਸਹੀ ਸੇਧ ਦੇਣੀ ਹੁੰਦੀ ਆ। ਸਰਕਾਰਾਂ ਤੁਹਾਡੇ ਮੂਹਰੇ ਹੱਥ ਜੋੜੀਆਂ ਖੜੀਆਂ ਨੇ, ਤੁਹਾਡੇ ਦਬਾਅ ਨੂੰ ਮੰਨ ਰਹੀਆਂ ਨੇ। ਹੁਣ ਜਦੋਂ ਤੁਸੀਂ ਉਹ ਦਬਾਅ ਨੂੰ ਕਾਇਮ ਰੱਖ ਕੇ ਅੱਗੇ ਵਧਾਉਣ ਦੀ ਥਾਂ ਜਦੋਂ ਤੁਸੀਂ ਚੋਣ ਸਿਆਸਤ ਦੇ ਵਿੱਚ ਖੁਦ ਛਾਲ ਮਾਰੀ ਆ, ਤਾਂ ਪਹਿਲੀ ਗੱਲ ਉਹ ਪ੍ਰੈਸ਼ਰ ਲੀਕ ਹੋਊਗਾ। ਦੂਜੀ ਗੱਲ ਇਹ ਆ, ਇਹਨਾਂ ਉੱਤੇ ਮੋੜਨਾ ਫੇਰ ਇਹ ਹਮਲਾ ਹੋਊ ਵੀ ਅਸੀਂ ਕਹਿੰਦੇ ਸੀ ਨਾ ਇਹਦੇ ਵਿੱਚ ਇਹਨਾਂ ਨੇ ਸਿਆਸਤ ਕੱਢਣੀਆਂ, ਇਹਨਾਂ ਨੇ ਚੋਣਾਂ ਲੜਨੀਆਂ, ਇਹਨਾਂ ਨੇ ਚੋਣਾਂ ਜਿੱਤਣੀਆਂ। ਕਿਸਾਨ ਅੰਦੋਲਨ ਜਿੱਤ ਕੇ ਵਾਪਸ ਆਏ। ਅੰਦੋਲਨ ਦੇ ਚੱਲਦੇ ਦਰਮਿਆਨ ਵੀ ਜਾਂ ਉਸ ਤੋਂ ਬਾਅਦ ਵੀ
ਇੱਕੋ ਸਵਾਲ ਸੀ, ਵੋਟ ਕਿਸ ਨੂੰ ਪਾਣੀ ਹੈ। ਪਿੰਡ ਵਿੱਚ ਜਾਂ ਅੰਦੋਲਨ ਵਿੱਚ ਜੋ ਵੀ ਜੁੜਿਆ ਸੀ ਉਹ ਸ਼ਖਸ ਪੁੱਛਦਾ ਸੀ ਵਾਰ-ਵਾਰ, ਵੋਟ ਕਿਸ ਨੂੰ ਪਾਣੀ, ਕਿਸ ਨੂੰ ਵੋਟ ਦਈਏ। ਡੈਮੋਕ੍ਰੈਟਿਕ ਰਾਈਟ ਹੈ ਸਭ ਦਾ, ਵੋਟ ਕਿਸੇ ਨਾ ਕਿਸੇ ਪਾਰਟੀ ਨੂੰ ਤਾਂ ਜਾਣੀ ਹੈ, ਪਰ ਨੋਟਾਂ ਦਾ ਵੀ ਬਟਨ ਹੁੰਦਾ, ਲੋਕ ਨੋਟਾਂ ਦਾ ਵੀ ਬਟਨ ਦਬਾਉਂਦੇ ਨੇ। ਹੁਣ ਸਵਾਲ ਸਭ ਤੋਂ ਅਹਿਮ ਸੀ ਐਸਕੇਐਮ ਵਿੱਚ 32 ਜਥੇਬੰਦੀਆਂ ਪੰਜਾਬ ਦੀਆਂ ਇਹ ਚਰਚਾ ਛਿੜੀ ਹੋਈ ਸੀ। ਲੋਕ ਪੁੱਛਦੇ ਸੀ ਜੇ ਮੋਰਚਾ ਜਿੱਤ ਕੇ ਦਿੱਲੀ ਤੋਂ ਵਾਪਸ ਪਰਤ ਆਏ ਨੇ, ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਸਿਆਸਤ ਬਦਲੀ ਜਾ ਸਕਦੀ। ਇੱਕ ਪ੍ਰੈਸ ਕਾਨਫਰੰਸ ਹੋਈ ਹੈ, ਪ੍ਰੈਸ ਕਾਨਫਰੰਸ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਹੋਇਆ। ਚਿਹਰਾ ਬਲਵੀਰ ਸਿੰਘ ਰਾਜੇਵਾਲ ਨੇ ਕਹਿ ਰਹੇ ਸੀ ਪ੍ਰੈਸ ਕਾਨਫਰੰਸ ਦੇ ਵਿੱਚ, ਬਹੁਤ ਪ੍ਰੈਸ਼ਰ ਸੀ, ਲੋਕ ਪੁੱਛਦੇ ਸੀ ਬਾਰ-ਬਾਰ ਤੁਹਾਡੇ ਨਾਲ ਬੈਠੇ ਮੋਰਚਾ ਜਿੱਤ ਕੇ ਵਾਪਸ ਆਏ, ਹੁਣ ਤੁਸੀਂ ਅੱਗੇ ਕੀ ਕਰੋਗੇ, ਕੀ ਪ੍ਰੋਗਰਾਮ ਦਵੋਗੇ, ਕਿਸ ਤਰੀਕੇ ਨਾਲ ਜਾ ਕੇ ਸਿਆਸਤ ਜਿਹੜੀ ਉਹ ਬਦਲੋਗੇ। ਤਾਂ ਲੋਕਾਂ ਦੇ ਸਵਾਲ ਸੀ, ਤਾਂ ਖੁਦ ਉਹਨਾਂ ਨੇ ਕਿਹਾ ਲੋਕਾਂ ਦੇ ਸਵਾਲ ਦੇ ਵਿੱਚੋਂ ਹੁਣ ਨਿਕਲ ਕੇ ਆਇਆ ਸੰਯੁਕਤ ਸਮਾਜ ਮੋਰਚਾ 117 ਸੀਟਾਂ ਦੇ ਉੱਤੇ ਲੜਨ ਦਾ ਐਲਾਨ ਕੀਤਾ। ਉਹ ਦੂਸਰੇ ਪਾਸੇ ਚੜੂਣੀ ਸਾਹਿਬ ਨੇ ਵੀ ਐਲਾਨ ਕੀਤਾ ਸੀ ਪੰਜਾਬ ਦੇ ਵਿੱਚ 117 ਸੀਟਾਂ ਤੇ ਚੋਣਾਂ ਲੜਨ ਦਾ। ਇੱਕ ਹੋਰ ਵੀ ਚਰਚਾ ਛੱਡ ਜਾਂਦੀ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ। ਆਮ ਆਦਮੀ ਪਾਰਟੀ ਵਿੱਚ ਸੰਯੁਕਤ ਸਮਾਜ ਮੋਰਚਾ ਕਿ ਉਹ ਵੋਟ ਸ਼ੇਅਰਿੰਗ ਕਰੇਗਾ, ਕਿ ਉਹ ਸੀਟਾਂ ਸ਼ੇਅਰਿੰਗ ਕਰੇਗਾ, ਇਸ ਉੱਪਰ ਚਰਚਾ ਸੀ। ਪਰ ਕਿਤੇ ਨਾ ਕਿਤੇ ਕਹਿ ਦਿੱਤਾ ਗਿਆ ਉਹ ਸਮਾਂ ਦੱਸੂਗਾ, ਪਰ 117 ਸੀਟਾਂ ਦੇ ਉੱਤੇ ਲੜਨ ਦਾ ਐਲਾਨ ਕਰ ਦਿੱਤਾ ਗਿਆ। ਹੁਣ ਕਿਵੇਂ ਹੁੰਗਾਰਾ ਮਿਲਦਾ, ਕਿਵੇਂ ਲੋਕ ਨਾਲ ਜੁੜਨਗੇ, ਜਾਂ ਕਿਵੇਂ ਕਿ ਵਾਕਈ ਲੋਕ ਇਸ ਪਾਰਟੀ ਉੱਤੇ ਮੋਹਰ ਲਾ ਦੇਣਗੇ, ਤਾਂ ਇਸ ਉੱਪਰ ਚਰਚਾ ਕਰਾਂਗੇ ਕਿ ਨਵੀਂ ਬਦਲਾਅ ਜਾਂ ਨਵੀਂ ਸਿਆਸਤ ਆ ਸਕਦੀ ਹੈ ਜੇ ਇਸ ਤਰੀਕੇ ਨਾਲ 32 ਜਥੇਬੰਦੀਆਂ ਨੇ 22 ਜਥੇਬੰਦੀਆਂ ਨੇ ਇਹ ਪ੍ਰੋਗਰਾਮ ਉਲੀਕ ਦਿੱਤਾ। ਸਾਡੇ ਨਾਲ ਮੌਜੂਦ ਨੇ ਮਾਲਵਿੰਦਰ ਸਿੰਘ ਮਾਲੀ। ਚਰਚਾ ਇਹ ਵੀ ਕਰਾਂਗੇ ਏਜੰਡਾ ਕੀ ਹੋਊਗਾ, ਪ੍ਰੋਗਰਾਮ ਕੀ ਹੋਣਗੇ। ਉਹ ਸਭ ਤੋਂ ਅਹਿਮ ਸਵਾਲ ਹੈ ਕਿ ਕੋਈ ਮੁੱਖ ਮੰਤਰੀ ਬਣ ਜਾਂਦਾ, ਜੇ ਕੱਲ ਨੂੰ ਮੁੱਖ ਮੰਤਰੀ ਕੋਈ ਇਹਨਾਂ ਚੋਂ ਬਣ ਜਾਂਦਾ ਕਿ ਪੰਜਾਬ ਦੇ ਮਸਲੇ, ਪਾਣੀ ਦੇ ਮਸਲੇ, ਕਿਸਾਨਾਂ ਦੇ ਮਸਲੇ, ਕਰਜ਼ੇ ਦੇ ਮਸਲੇ, ਐਜੂਕੇਸ਼ਨ ਦੇ ਮਸਲੇ ਉਹ ਹੱਲ ਹੋ ਜਾਣਗੇ। ਇਹ ਸਭ ਤੋਂ ਅਹਿਮ ਸਵਾਲ ਹੈ ਜੋ ਅੱਜ ਵੀ ਲੋਕ ਲੀਡਰਾਂ ਕੋਲੋਂ ਪੁੱਛਦੇ ਨੇ। ਮਾਲਵਿੰਦਰ ਸਿੰਘ ਮਾਲੀ ਸਾਡੇ ਨਾਲ ਆਪਾਂ ਨਾਲ ਗੱਲਬਾਤ ਕਰਾਂਗੇ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਸਤਿ ਸ੍ਰੀ ਅਕਾਲ ਜੀ। ਸਰ ਜਿਸ ਤਰੀਕੇ ਦੀ ਜਦ ਜਿਸ ਚੀਜ਼ ਦੀ ਉਡੀਕ ਸੀ ਖਾਸ ਕਰਕੇ ਕਿਸਾਨਾਂ ਨੂੰ, ਜਾਂ ਕਿਸਾਨ ਜੋ ਦਿੱਲੀ ਦੀਆਂ ਬਰੂਹਾਂ ਤੇ ਬੈਠੇ, ਪ੍ਰੈਸ ਕਾਨਫਰੰਸ ਹੋਈ ਵਿੱਚ ਕਿਹਾ ਵੀ ਗਿਆ, ਲੋਕਾਂ ਦਾ ਪ੍ਰੈਸ਼ਰ ਸੀ, ਲੋਕ ਪੁੱਛਦੇ ਸੀ ਵਾਰ-ਵਾਰ ਜੇ ਮੋਰਚਾ ਜਿੱਤ ਸਕਦੇ ਪੰਜਾਬ ਦੀ ਸਿਆਸਤ ਕਿਉਂ ਨਹੀਂ ਬਦਲ ਸਕਦੇ। 117 ਸੀਟਾਂ ਤੇ ਸੰਯੁਕਤ ਸਮਾਜ ਮੋਰਚਾ ਅਨਾਉਂਸਮੈਂਟ ਹੋ ਚੁੱਕੀ ਹੈ। ਲੱਗਦਾ ਵੀ ਲੋਕ ਹੁਣ ਇਸ ਮੋਰਚੇ ਨੂੰ ਜੋ ਨਵਾਂ ਇੱਕ ਫਰੰਟ ਖੋਲ ਦਿੱਤਾ ਗਿਆ ਐਕਸੈਪਟ ਕਰ ਲੈਣਗੇ। ਵਿਜੇ ਜੀ, ਪਹਿਲੀ ਗੱਲ ਤਾਂ ਇਹ ਆ ਵੀ ਜਮਹੂਰੀਅਤ ਦੇ ਵਿੱਚ ਵੋਟਾਂ ਦੀ ਬਹੁਤ ਅਹਿਮੀਅਤ ਆ। ਇਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਹੋਣੀ, ਸਰਗਰਮ ਸ਼ਮੂਲੀਅਤ ਹੋਣੀ ਆਪਦੇ ਆਪ ਤੋਂ ਸ਼ੁਭ ਸ਼ਗਨ ਆ, ਚੰਗੀ ਗੱਲ ਹੁੰਦੀ ਹੈ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਸ ਗੱਲ ਦਾ ਇੱਕ ਖਾਸ ਪ੍ਰਸੰਗ ਆ। ਇੱਕ ਕਿਸਾਨ ਅੰਦੋਲਨ ਨੇ ਬਹੁਤ ਵੱਡੀ ਇਤਿਹਾਸਕ ਜਿੱਤ ਜਿੱਤੀ ਆ। ਉਹਨੇ ਇੱਕ ਨਵਾਂ ਚੇਤਨਾ ਜਗਾਈ ਆ ਲੋਕਾਂ ਦੇ ਵਿੱਚ। ਉਹਨਾਂ ਨੇ ਸਭ ਤੋਂ ਵੱਡਾ ਸਵਾਲ ਇਹ ਉਭਾਰਿਆ ਮੁਲਕ ਦੇ ਅੰਦਰ ਕਿ ਜਮਹੂਰੀਅਤ ਤੇ ਫੈਡਰਲਿਜ਼ਮ ਇਹ ਦੋਹੇ ਇੱਕ ਦੂਜੇ ਨਾਲ ਜੁੜ ਕੇ ਚੱਲਦੇ ਨੇ। ਜਿਉਂ-ਜਿਉਂ ਫੈਡਰਲਿਜ਼ਮ ਖਤਮ ਹੋਇਆ ਤਿਉਂ-ਤਿਉਂ ਜਮਹੂਰੀਅਤ ਖਤਮ ਹੋਈ, ਤਾਨਾਸ਼ਾਹੀ ਆਈ, ਫਿਰਕੂ ਫਾਸ਼ੀਵਾਦ ਵਧਿਆ। ਉਹਨਾਂ ਨੇ ਫੈਡਰਲਿਜ਼ਮ ਦਾ ਸਵਾਲ ਉਠਾਇਆ, ਰਾਜਾਂ ਦੇ ਹੱਕਾਂ ਦਾ ਸਵਾਲ ਉਠਾਇਆ, ਭਾਈਚਾਰਕ ਸਾਂਝ ਦਾ ਗੱਲ ਸਾਹਮਣੇ ਪੇਸ਼ ਕੀਤੀ, ਲੜਾਈ ਦਾ ਤਰੀਕਾ ਪੁਰਅਮਨ ਤੇ ਸ਼ਾਂਤੀਪੂਰਵਕ ਉਹ ਸਾਹਮਣੇ ਉਭਾਰਿਆ। ਪਰ ਇਸ ਸਮੇਂ ਦੌਰਾਨ ਉਹਨੇ ਆਪਦੇ ਆਪ ਨੂੰ ਜਿਹੜੀ ਪ੍ਰਚਲਿਤ ਸਿਆਸਤ ਸੀ ਉਹ ਤੋਂ ਦੂਰ ਰੱਖਿਆ। ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਕਿ ਮੋਰਚਾ ਚਾਹੇ ਆਰਥਿਕ ਮੰਗਾਂ ਲਈ ਚੱਲਿਆ ਸੀ, ਪਰ ਇਹ ਮੋਰਚਾ ਸਿਆਸੀ ਆ, ਕਿਉਂਕਿ ਇੱਕ ਪਾਸੇ ਖੇਤੀ ਕਾਨੂੰਨ ਤਾਕਤਾਂ ਦਾ ਕੇਂਦਰੀਕਰਨ ਕਰਦੇ ਨੇ, ਇੱਕ ਪਾਸੇ ਇਹ ਉਹਨਾਂ ਦਾ ਵਿਰੋਧ ਕਰ ਰਹੇ ਨੇ। ਇਸ ਕਰਕੇ ਉਹਦਾ ਵਿਰੋਧ ਆ ਜਿਹੜਾ ਇਹ ਆਪਦੇ ਆਪ 'ਚ ਫੈਡਰਲਿਜ਼ਮ ਦੇ ਹੱਕ 'ਚ ਜਾਣ ਵਾਲੀ ਗੱਲ ਆ। ਹੁਣ ਜਦੋਂ ਇਹ ਅੰਦੋਲਨ ਜਿੱਤ ਲਿਆ, ਜਿੱਤਣ ਤੋਂ ਬਾਅਦ ਬਹੁਤ ਵੱਡਾ ਕਿਸਾਨ ਅੰਦੋਲਨ ਦਾ ਆਗੂਆਂ ਦਾ ਕੱਦ ਵਧਿਆ। ਪਰ ਅੰਦੋਲਨ ਜਿੱਤਣ ਤੱਕ ਜਦੋਂ ਵੀ ਕਿਸਾਨ ਆਗੂਆਂ ਨੂੰ ਸਵਾਲ ਕੀਤਾ ਜਾਂਦਾ ਸੀ ਕਿ ਪੰਜਾਬ ਬਾਰੇ ਤੁਹਾਡਾ ਏਜੰਡਾ ਕੀ ਹੋ, ਚੋਣ ਬਾਰੇ ਤੁਹਾਡਾ ਰਵੱਈਆ ਕੀ ਹੋ, ਉਹ ਕਹਿੰਦੇ ਸੀ ਅਸੀਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨੀ। ਸਦਾ ਤੋਂ ਪੰਜਾਬ 'ਚ ਉਹਨਾਂ ਨੇ ਇਹ ਕਿਹਾ ਸੀ ਵੀ ਸਾਰੀਆਂ ਸਰਗਰਮੀਆਂ ਬੰਦ ਕਰੋ, ਕੱਲੀ ਭਾਜਪਾ ਦੀ ਨਹੀਂ, ਵੋਟਾਂ ਆਉਣਗੀਆਂ, ਚੋਣ ਜਾਬਤਾ ਲੱਗ ਜਾਊ, ਜਿਹਨੂੰ ਮਰਜ਼ੀ ਵੋਟ ਪਾ ਦਿਓ। ਉਦੋਂ ਉਹਨਾਂ ਤੇ ਦਬਾਅ ਸੀ। ਖਾਸ ਕਰਕੇ ਮੈਂ ਕਹਿੰਦਾ ਰਿਹਾ ਸੀ ਕਿ ਤੁਸੀਂ ਪੰਜਾਬ ਲਈ ਏਜੰਡਾ ਤੈਅ ਕਰੋ,
ਪੰਜਾਬ ਲਈ ਮੁੱਦੇ ਤੈਅ ਕਰੋ, ਮੁੱਦਿਆਂ ਦੇ ਹੱਲ ਦੀ ਗੱਲ ਕਰੋ ਤੇ ਸਿਆਸੀ ਪਾਰਟੀਆਂ ਦੇ ਸਾਹਮਣੇ ਰੱਖੋ। ਸਿਆਸੀ ਪਾਰਟੀਆਂ ਇਹਨਾਂ ਦੀ ਚਾਵਕ ਦੇ ਹੇਠਾਂ ਸੀ, ਜਦੋਂ ਉਹ ਬੁਲਾਉਂਦੇ ਸੀ ਇਹਨਾਂ ਦੇ ਦਰਬਾਰ 'ਚ ਪੇਸ਼ ਹੁੰਦੇ ਸੀ। ਉਹ ਏਜੰਡੇ ਨੂੰ ਲੈ ਕੇ ਤੁਸੀਂ ਸਿਆਸੀ ਪਾਰਟੀਆਂ ਨੂੰ ਬੁਲਾਓ, ਤੁਸੀਂ ਕਹੋ ਤੁਹਾਡੇ ਮੈਨੀਫੈਸਟੋ 'ਚ ਆਹ ਗੱਲਾਂ ਆਉਣਗੀਆਂ, ਸਾਰੀਆਂ ਗੱਲਾਂ ਨੇ ਆਪਾਂ ਨੂੰ ਦੁਹਰਾਉਂਦੇ ਨਹੀਂ। ਤੁਸੀਂ ਰੇਤੇ ਦੀ ਕਾਰਪੋਰੇਸ਼ਨ ਬਣਾਓਗੇ, ਸ਼ਰਾਬ ਦੀ ਕਾਰਪੋਰੇਸ਼ਨ ਬਣਾਓਗੇ, ਕੀ ਤੁਸੀਂ ਝੋਨੇ ਨੂੰ ਖਤਮ ਕਰਕੇ ਬਦਲਵੀਆਂ ਫਸਲਾਂ ਦੀ MSP ਦੀ ਗਰੰਟੀ ਕਰੋਗੇ, ਉਹਨਾਂ ਦੇ ਭੰਡਾਰਨ ਦੀ ਗਰੰਟੀ ਕਰੋਗੇ, ਕੀ ਤੁਸੀਂ ਪਾਕਿਸਤਾਨ ਨਾਲ ਅਮਨ ਸ਼ਾਂਤੀ ਬਾਰਡਰ ਖੋਲਣ ਦੀ ਗੱਲ ਕਰੋਗੇ, ਜਿਹਨੂੰ ਸਾਰਾ ਪੰਜਾਬ ਕਹਿੰਦਾ ਕਿ ਪੰਜਾਬ ਨੂੰ ਬਹੁਤ ਹੁਲਾਰਾ ਮਿਲਣਾ। ਇਹ ਗੱਲ ਇਹਨਾਂ ਨੂੰ ਵਾਰ-ਵਾਰ ਕਹੀ ਜਾ ਰਹੀ ਸੀ, ਪਰ ਇਹਨਾਂ ਨੇ ਉਸ ਪਾਸੇ ਧਿਆਨ ਨਹੀਂ ਦਿੱਤਾ। ਕਿਸਾਨ ਅੰਦੋਲਨ ਨੇ ਇਹਨਾਂ ਨੇ ਇੱਕ ਸੁਰ ਹੋ ਕੇ ਅੰਦੋਲਨ ਜਿੱਤਿਆ, ਉਹਦਾ ਵਰਤਾਂਤ ਕਾਇਮ ਰੱਖਿਆ। ਨਹੀਂ, ਮੇਰਾ ਸਵਾਲ ਹੈ 117 ਸੀਟਾਂ ਦੇ ਉੱਤੇ ਚੋਣ ਲੜਨੀ। ਮੇਰਾ ਸਵਾਲ ਇਹ ਸੀ, ਪ੍ਰੈਸ਼ਰ ਪਾਇਆ ਜਾ ਰਿਹਾ ਸੀ, ਜਿਵੇਂ ਪ੍ਰੈਸ ਕਾਨਫਰੰਸ ਕੀਤੀ ਗਈ ਗੱਲ, ਪ੍ਰੈਸ਼ਰ ਪਾਇਆ ਜਾ ਰਿਹਾ ਸੀ। ਜੇ ਪ੍ਰੈਸ਼ਰ ਨਾ ਪੈਂਦਾ ਕੀ ਇਹ ਅਨਾਉਂਸਮੈਂਟ ਨਹੀਂ ਹੁੰਦੀ? ਸਵਾਲ ਪ੍ਰੈਸ਼ਰ ਦਾ ਨਹੀਂ, ਪ੍ਰੈਸ਼ਰ ਤਾਂ ਉਦੋਂ ਵੀ ਪਾਇਆ ਜਾ ਰਿਹਾ ਸੀ, ਰਿੰਗ ਰੋਡ ਤੇ ਚੱਲੋ, ਪ੍ਰੈਸ਼ਰ ਤਾਂ ਉਦੋਂ ਵੀ ਪਾਇਆ ਜਾ ਰਿਹਾ ਸੀ, ਉਹਨੂੰ ਐਂ ਘੇਰੋ। ਪ੍ਰੈਸ਼ਰ ਦੇ ਸਾਹਮਣੇ ਝੁਕਣਾ ਨਹੀਂ ਹੁੰਦਾ ਲੀਡਰਸ਼ਿਪ ਨੇ। ਲੀਡਰਸ਼ਿਪ ਨੇ ਉਸ ਪ੍ਰੈਸ਼ਰ ਦਾ ਤੱਤ ਸਮਝ ਕੇ ਉਹਨੂੰ ਸਹੀ ਸੇਧ ਦੇਣੀ ਹੁੰਦੀ ਆ। ਉਹਦੇ ਵਿੱਚੋਂ ਚਾਹੇ ਸਿਆਸੀ ਪਾਰਟੀ ਬਣਾਉਣ ਦੀ ਗੱਲ ਆ, ਚਾਹੇ ਚੋਣਾਂ ਲੜਨ ਦੀ ਗੱਲ ਆ, ਕੋਈ ਹੋ ਸਕਦੀ ਆ। ਪਰ ਹਾਲਾਤ ਕੀ ਨੇ ਅੱਜ ਤੁਸੀਂ ਖੇਤੀਬਾੜੀ ਮੰਤਰੀ ਤੋਮਰ ਦਾ ਬਿਆਨ ਸੁਣੋ। ਅਸੀਂ ਇੱਕ ਕਦਮ ਪਿੱਛੇ ਹਟੇ ਹਾਂ, ਖੇਤੀ ਕਾਨੂੰਨ ਦੁਬਾਰਾ ਵੀ ਲਿਆਂਦੇ ਜਾ ਸਕਦੇ ਨੇ। ਦੂਜਾ, ਅੰਦੋਲਨ ਦੇ ਤੁਹਾਡੇ ਮੁੱਦੇ ਸਾਰੇ ਪੈਂਡਿੰਗ ਨੇ। ਇੰਨੀਆਂ 700 ਜਾਨਾਂ ਕੁਰਬਾਨ ਹੋਈਆਂ ਨੇ, ਇੰਨੇ ਹਜ਼ਾਰਾਂ ਤੇ ਕੇਸ ਦਰਜ ਹੋਏ ਨੇ। MSP ਜਿਹੜੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਆ, ਉਹਦੇ ਲਈ ਕਮੇਟੀ ਬਣੇ, ਕਿਹੇ ਜੀ ਬਣੇ, ਕਿਵੇਂ ਬਣੇ, ਹਲੇ ਉਹ ਬਹੁਤ ਗੱਲ ਵੱਡੀ ਪੈਂਡਿੰਗ ਆ। ਸਰਕਾਰਾਂ ਤੁਹਾਡੇ ਮੂਹਰੇ ਹੱਥ ਜੋੜੀਆਂ ਖੜੀਆਂ ਨੇ, ਤੁਹਾਡੇ ਦਬਾਅ ਨੂੰ ਮੰਨ ਰਹੀਆਂ ਨੇ। ਹੁਣ ਜਦੋਂ ਤੁਸੀਂ ਉਹ ਦਬਾਅ ਨੂੰ ਕਾਇਮ ਰੱਖ ਕੇ ਅੱਗੇ ਵਧਾਉਣ ਦੀ ਥਾਂ ਜਦੋਂ ਤੁਸੀਂ ਚੋਣ ਸਿਆਸਤ ਦੇ ਵਿੱਚ ਖੁਦ ਛਾਲ ਮਾਰੀ ਆ, ਤਾਂ ਪਹਿਲੀ ਗੱਲ ਉਹ ਪ੍ਰੈਸ਼ਰ ਲੀਕ ਹੋਊਗਾ। ਦੂਜੀ ਗੱਲ ਇਹ ਆ, ਇਹਨਾਂ ਉੱਤੇ ਮੋੜਨਾ ਫੇਰ ਇਹ ਹਮਲਾ ਹੋਊ ਵੀ ਅਸੀਂ ਕਹਿੰਦੇ ਸੀ ਨਾ, ਇਹਦੇ ਵਿੱਚ ਇਹਨਾਂ ਨੇ ਸਿਆਸਤ ਕੱਢਣੀਆਂ, ਇਹਨਾਂ ਨੇ ਚੋਣਾਂ ਲੜਨੀਆਂ, ਇਹਨਾਂ ਨੇ ਚੋਣਾਂ ਜਿੱਤਣੀਆਂ। ਇਸ ਤਰ੍ਹਾਂ ਦੀਆਂ ਗੱਲਾਂ ਫੇਰ ਉਹ ਸਾਹਮਣੇ ਆਉਣਗੀਆਂ। ਵੱਡੀ ਗੱਲ ਆ ਜਿਹੜੀ ਕਿਸਾਨ ਮੋਰਚਾ, ਜਿੰਨੀਆਂ 25 ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚਾ ਜਿਹੜਾ ਆਲ ਇੰਡੀਆ ਪੱਧਰ ਦਾ, ਉਹਨੇ ਨਿਖੇਧੀ ਕਰਤੀ। ਅਸੀਂ ਇਹਨਾਂ ਦੇ ਨਾਲ ਨਹੀਂ, ਸਾਡਾ ਨਾਂ ਨਾ ਵਰਤੋ। ਪ੍ਰੈਸ ਕਾਨਫਰੰਸ ਦਾ ਸੱਦਾ ਇਹਨਾਂ ਨੇ SKM ਪੰਜਾਬ ਦਿੱਤਾ ਸੀ, ਜਦੋਂ ਕਿ SKM ਪੰਜਾਬ ਹੈ ਹੀ ਨਹੀਂ। ਇਹ 32 ਜਥੇਬੰਦੀਆਂ ਦੀ ਤਾਲਮੇਲ ਕਮੇਟੀ ਸੀ। ਹੁਣ ਇਹਨਾਂ ਨੇ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕੀਤਾ। ਹੁਣ ਪੰਜਾਬ ਜਦੋਂ ਬਦਲਾਅ ਦੀ ਚਾਹਤ ਰੱਖਦਾ, ਪੰਜਾਬ ਚਾਹੁੰਦਾ ਮੁੱਦਿਆਂ ਦੀ ਸਿਆਸਤ ਹੋਵੇ, ਮੁੱਦਿਆਂ ਦੇ ਹੱਲ ਦਾ ਰੋਡ ਮੈਪ ਹੋਵੇ, ਤੁਹਾਡੇ ਸਾਹਮਣੇ ਪਾਰਦਰਸ਼ਤਾ ਹੋਵੇ, ਤੁਹਾਡੇ ਸਾਹਮਣੇ ਲੋਕਾਂ ਸਾਹਮਣੇ ਜਵਾਬਦੇਹੀ ਹੋਵੇ। ਪੰਜਾਬ 'ਚ ਇਸ ਗੱਲ ਤੇ ਬਹਿਸ ਚੱਲ ਰਹੀ ਸੀ, ਲਗਾਤਾਰ ਚੱਲ ਰਹੀ ਸੀ। ਅੱਜ ਕੀ ਕੀਤਾ? ਅੱਜ ਚਿਹਰੇ ਦੀ ਸਿਆਸਤ ਸਾਹਮਣੇ ਲਿਆਤੀ ਵੀ ਆਹ ਚਿਹਰਾ ਹੋਊਗਾ। ਚਿਹਰੇ ਦੀ ਸਿਆਸਤ ਆ ਜਿਹੜੀ, ਉਹ ਵਿਚਾਰ ਦੀ ਸਿਆਸਤ ਦਾ ਵਿਰੋਧੀ ਆ। ਜਦੋਂ ਤੁਸੀਂ ਹੁਣ ਤੱਕ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਚਾਹੁੰਦਾ ਹੈ, ਪੰਜਾਬ ਕੈਪਟਨ ਦੀ ਸਰਕਾਰ, ਹੁਣ ਚਾਹੁੰਦਾ ਹੈ ਪੰਜਾਬ ਰਾਜੇਵਾਲ ਦੀ ਸਰਕਾਰ ਹੋ ਜੂ, ਤੇ ਉਹ ਜਿੱਥੇ ਪੰਜਾਬ ਫਸਿਆ ਖੜਾ ਮੁੱਦਿਆਂ ਦੇ ਹੱਲ ਦਾ, ਉਹਦਾ ਕੀ ਬਣੂ? ਦੂਜਾ, ਜਿਹੜੇ ਕਿਸਾਨੀ ਦੇ ਮਸਲੇ ਹਾਲੇ ਪੈਂਡਿੰਗ ਪਏ ਨੇ, ਕੱਲਾ ਇਹ ਨਹੀਂ, ਸਾਂਝੇ ਮੋਰਚੇ ਦੌਰਾਨ ਜਿਹੜੇ ਪੈਦਾ ਹੋਏ ਨੇ, ਉਦੋਂ ਬਿਨਾਂ ਵੀ ਪੈਦਾ ਹੋਏ ਨੇ। ਜਦੋਂ ਤੁਸੀਂ ਉਹਨਾਂ ਦੇ ਪਾਲੇ 'ਚ ਜਾ ਕੇ ਲੜਨ ਲੱਗ ਗਏ, ਤਾਂ ਫਿਰ ਤੁਹਾਡਾ ਉਹ ਕੱਦ ਕਾਠ, ਉਹ ਪ੍ਰੈਸ਼ਰ ਆ ਜਿਹੜਾ ਲੀਕ ਹੋਊਗਾ। ਅੱਛਾ, ਜੋ ਪ੍ਰੈਸ਼ਰ ਦੀ ਗੱਲ ਕੀਤੀ ਹੈ, ਲੋਕ ਪੁੱਛਦੇ ਸੀ ਵੀ ਲੋਕਾਂ ਨੇ ਕਿਸੇ ਨੂੰ ਵੋਟ ਪਾਣੀ ਹੈ, ਕੋਈ ਨਾ ਕੋਈ ਪਾਰਟੀ ਸੱਤਾ ਦੇ ਵਿੱਚ ਆਊਗੀ, ਫਿਰ ਉਹੀ ਰਿਪੀਟ ਹੁੰਦੀ ਹੈ। ਪਰ ਅਸੀਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਚਲੋ ਆਮ ਆਦਮੀ ਪਾਰਟੀ ਪਿਛਲੀ ਵਾਰੀ ਵੀ ਸੀ, ਹੁਣ ਵੀ ਹੈਗੀ ਹੈ। ਫਿਰ ਉਹ ਲੋਕ ਤੋਂ ਹੀ ਸਵਾਲ ਕਰ ਰਹੇ ਸੀ ਨਾ, ਵੋਟ ਕਿਹਨੂੰ ਪਾਈਏ? ਉਹਨਾਂ ਨੇ ਉਹ ਪੁੱਛਦੇ ਸੀ, ਅਗਲੇ ਨੇ ਆਪਸ਼ਨ ਦੇਤੀ ਵੀ ਠੀਕ ਹੈ, ਅਸੀਂ ਇਹ ਵੀ ਮੋਰਚਾ ਲੈ ਕੇ ਆ ਗਏ। ਆਪਦੇ ਆਪ 'ਚ ਇਹ ਭਟਕਾਊ ਆਪਸ਼ਨ ਆ। ਲੋਕ ਤੁਹਾਨੂੰ ਇਹ ਦੱਸ ਦਿੰਦਾ ਨਹੀਂ, ਮੈਂ ਵੀ ਤੁਹਾਨੂੰ ਇਹੀ ਤੁਹਾਡੀ ਗੱਲ ਦਾ ਜਵਾਬ ਦਿੰਦਾ। ਵੋਟ ਕਿਹਨੂੰ ਪਾਉਣੀ ਆ? ਵੋਟ ਉਹਨੂੰ ਪਾਉਣੀ ਆ ਜਿਹੜਾ ਪੰਜਾਬ ਲਈ ਮੁੱਦਿਆਂ ਦੀ ਸਿਆਸਤ ਕਰੇ, ਮੁੱਦਿਆਂ ਨੂੰ ਹੱਲ ਕਰਨ ਦਾ ਰੋਡ ਮੈਪ ਸਾਹਮਣੇ ਲਿਆਵੇ, ਲੋਕਾਂ ਦੀ ਜਵਾਬਦੇਹੀ ਹੋਵੇ, ਭ੍ਰਿਸ਼ਟਾਚਾਰ ਖਤਮ ਕਰੇ, ਉਹਦੀ ਖਾਤਰ ਕੋਈ ਚੀਜ਼ ਸਾਹਮਣੇ ਲੈ ਕੇ ਆਵੇ। ਤੁਸੀਂ ਵਿਚਾਰ ਨੂੰ ਨਤਾਰਨ ਨੂੰ ਪਿੱਛੇ ਕਰ ਦਿੰਦੇ ਹੋ। ਅੱਜ ਵੀ ਮੈਨੂੰ ਲੋਕ ਕਹਿੰਦੇ ਨੇ, ਦੱਸ ਵੋਟ ਕਿਹਨੂੰ ਪਾਈਏ? ਉਹ ਮੈਂ ਵੋਟ ਪਾਉਣੀ ਕਿਹਨੂੰ ਆ? ਪਹਿਲਾਂ ਇਹ ਤਾਂ ਸੋਚੋ ਨਾ, ਵੋਟ ਪਾਉਣੀ ਕਿਹਨੂੰ ਚਾਹੀਦੀ ਆ, ਕਿਹੜੀਆਂ ਗੱਲਾਂ ਕੀ ਹੋਣੀਆਂ ਚਾਹੀਦੀਆਂ, ਤਾਂ ਅਸੀਂ ਉਹਨੂੰ ਵੋਟ ਪਾਵਾਂਗੇ, ਉਹਦੀ ਫਿਰ ਜਵਾਬਦੇਹੀ ਹੋਵੇ। ਤੁਸੀਂ ਚਿਹਰੇ ਦੀ ਗੱਲ ਲਿਆ ਕੇ ਵਿਚਾਰ ਦੀ ਗੱਲ ਪਿੱਛੇ ਛੱਡਤੀ। ਵੋਟ ਕਿਹਨੂੰ ਪਾਉਣੀ ਹੈ ਇਹ ਦੱਸੋ। ਇਹ ਦੱਸਣ ਦਾ ਮਤਲਬ ਆ, ਵੋਟ ਦਾ ਮਤਲਬ ਕੀ ਆ? ਵੋਟ ਪਾਉਣ ਦਾ ਮਤਲਬ ਕਿਸੇ ਸਿਆਸਤ ਨੂੰ ਅੱਗੇ ਵਧਾਉਣਾ। ਵੋਟ ਪਾਉਣ ਦਾ ਮਤਲਬ ਆ
ਕਿਸੇ ਰਾਹ ਨੂੰ ਵੀ ਪੰਜਾਬ ਅੱਗੇ ਕਿਹੜੇ ਰਾਹ ਤੇ ਤੁਰੇ, ਉਸ ਰਾਹ ਤੇ ਗੁੱਠਾ ਲਾਉਣਾ। ਇਹ ਕੱਲਾ ਵੋਟ ਪਾਉਣ ਦਾ ਮਤਲਬ ਇਹ ਨਹੀਂ ਵੀ 1000 ਰੁਪਈਆ ਜਿਹੜਾ ਜਿਨ੍ਹਾਂ ਬੀਬੀਆਂ ਦੀ ਵੋਟ ਬਣ ਗਈ ਉਹਨਾਂ ਨੂੰ 1000 ਰੁਪਈਆ ਦਿੱਤਾ ਜਾਊਗਾ ਤੇ ਦੂਜੇ ਕਹਿ ਦਿੰਦੇ ਸਾਤੋਂ ਵੋਟਾਂ ਦਾ 1000 ਲੈ ਲਓ, 1500 ਲੈ ਲਓ। ਸੋ ਇਸ ਕਰਕੇ ਵੋਟ ਕਿਹਨੂੰ ਪਾਉਣੀ ਆ ਆਪਣੇ ਆਪ 'ਚ ਇਹ ਅਧੂਰਾ ਸਵਾਲ ਆ। ਵੋਟ ਦਾ ਸਿਰਾ ਸਵਾਲ ਪੂਰਾ ਪਾਇਆ ਸੀ ਉਹਨਾਂ ਨੇ, ਜਵਾਬ ਤਾਂ ਮਿਲ ਗਿਆ ਲੋਕਾਂ ਨੂੰ, ਵੋਟ ਕਿਹਨੂੰ ਪਾਣੀ ਹੈ। ਜੋ ਲੋਕ ਕਹਿੰਦੇ ਸੀ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਸਭ ਅਲੱਗ-ਅਲੱਗ ਰਾਏ ਹੋ ਸਕਦੀ ਇਸ ਚੀਜ਼ ਉੱਤੇ, ਪਰ ਜੋ ਕਹੇ ਸੀ ਪ੍ਰੈਸ਼ਰ ਬਣਾ ਰਹੇ ਨੇ, ਜੋ ਫੋਨ ਆਉਂਦੇ ਸੀ ਉਹਨਾਂ ਨੂੰ ਸਵਾਲ ਦਾ ਜਵਾਬ ਮਿਲ ਗਿਆ, ਵੋਟ ਕਿਹਨੂੰ ਪਾਣੀ ਹੈ। ਲੀਡਰਾਂ ਦਾ ਰੋਲ ਕੀ ਆ? ਲੋਕਾਂ ਦੀ ਅਗਵਾਈ ਕਰਨੀ, ਉਹਨਾਂ ਦੀ ਚੇਤਨਾ ਨੂੰ ਤਿੱਖਾ ਕਰਨਾ, ਉਹਨਾਂ ਨੂੰ ਸਹੀ ਫੈਸਲੇ ਲੈਣ ਦੀ ਸਮਰੱਥਾ ਦੇਣੀ। ਇਹ ਤਾਂ ਮੋਰਚੇ ਨੇ ਦਿਖਾਤਾ ਵੀ ਦੇਖੋ ਜੀ, ਸਿਦਕ, ਠਰਮਾ, ਸਬਰ, ਇਹ ਲੜਾਈ ਲਈ ਬਹੁਤ ਵੱਡੀ ਜ਼ਰੂਰੀ ਗੱਲ ਆ। ਪਰ ਆ ਜਿਹੜੀ ਵੋਟਾਂ ਦੀ ਸਿਆਸਤ ਆ, ਇਹ ਤਾਂ ਉਦੋਂ ਹੈ ਨਹੀਂ ਸੀ ਨਾ ਉੱਥੇ। ਜੇ ਅੱਜ ਦੇਖੋ ਅੰਦੋਲਨਾਂ ਤੋਂ ਪਾਰਟੀਆਂ ਨਿਕਲਦੀਆਂ ਹੁੰਦੀਆਂ ਨੇ, ਮੈਂ ਨਹੀਂ ਇਹ ਗੱਲ ਕਹਿੰਦਾ, ਪਰ ਉਹ ਅੰਦੋਲਨ ਸਮਾਜ ਨੂੰ ਬਦਲਣ ਦੀਆਂ ਗੱਲਾਂ ਸਾਹਮਣੇ ਲੈ ਕੇ ਆਉਂਦੇ ਆ। ਜੇ ਅੰਨਾ ਹਜ਼ਾਰੇ ਅੰਦੋਲਨ ਸੀ ਜਿਹੜਾ ਕਹਿੰਦੇ ਸੀ ਭ੍ਰਿਸ਼ਟਾਚਾਰ ਖਤਮ ਕਰਾਂਗੇ, ਜਿਹੜੇ ਕਹਿੰਦੇ ਸੀ ਲੋਕਪਾਲ ਬਿੱਲ ਲਿਆਵਾਂਗੇ, ਜਿਹੜਾ ਕਹਿੰਦਾ ਸੀ ਆਹ ਕੁਛ ਕਰਾਂਗੇ, ਉਹ ਇੱਕ ਜਨਤਕ ਅੰਦੋਲਨ ਸੀ, ਦਬਾਅ ਸੀ। ਤੇ ਉਹਨਾਂ ਨੂੰ ਇਹੀ ਕਹਿੰਦੇ ਹੁੰਦੇ ਚੋਣਾਂ ਆ ਕੇ ਲੜ ਲਓ। ਤੁਸੀਂ ਦੇਖ ਲਓ ਉਹਦੇ ਵਿੱਚੋਂ ਕੇਜਰੀਵਾਲ ਨਿਕਲਿਆ। ਕੇਜਰੀਵਾਲ ਇੱਕ ਬਦਲਵੀਂ ਸਿਆਸਤ ਲੈ ਕੇ ਆਇਆ ਬਿਨਾਂ ਸ਼ੱਕ, ਪਰ ਚੋਣਾਂ ਦੇ ਵਿੱਚ ਆ ਕੇ ਉਹਨੇ ਉਹ ਸਾਰੀ ਸਿਆਸਤ ਪਿੱਛੇ ਕਰਤੀ। ਉਹਦਾ ਹਾਲ ਤੁਸੀਂ ਇਹ ਦੇਖ ਲਓ। ਪਰ ਇਹ ਕਿਸਾਨ ਜਥੇਬੰਦੀਆਂ ਦਾ ਅੱਜ ਤੱਕ ਦਾ ਅਮਲ ਇਹ ਹੈ, ਇਹਨਾਂ ਨੇ ਪੰਜਾਬ ਦੀ ਸਿਆਸਤ ਦਖਲ ਨਹੀਂ ਦਿੱਤਾ, ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਨਹੀਂ ਕੀਤਾ। ਹੁਣ ਵੀ ਕਈ ਜਥੇਬੰਦੀਆਂ ਨਹੀਂ ਦਖਲ ਦਿੰਦੀਆਂ। ਨਹੀਂ, ਇਹਨਾਂ ਨੇ ਵੀ ਨਹੀਂ ਦਖਲ ਦਿੱਤਾ। ਇਹਨਾਂ ਨੇ ਵੀ ਪੰਜਾਬ ਦੀ ਸਿਆਸਤ ਖਾਤਰ ਕੋਈ ਸੇਧ ਥੋੜ੍ਹਾ ਦਿੱਤੀ ਆ। ਬੰਦੇ ਬਦਲਣ ਨਾਲ ਕੀ ਪੰਜਾਬ ਦਾ ਮਸਲਾ ਹੱਲ ਹੋ ਜੂ? ਚਿਹਰੇ ਬਦਲਣ ਨਾਲ ਕੀ ਪੰਜਾਬ ਦਾ ਸੰਕਟ ਦੂਰ ਹੋ ਜੂ? ਇਹ ਸਵਾਲ ਇਹਨਾਂ ਸਾਹਮਣੇ ਵੀ ਉਸੇ ਤਰ੍ਹਾਂ ਖੜਾ ਜਿਵੇਂ ਬਾਕੀ ਸਾਰੇ ਉਹਨਾਂ ਕੋਲੇ ਖੜਾ ਸੀ। ਸੋ ਜਦੋਂ ਅਸੀਂ ਇਹ ਕਹਿੰਦੇ ਸੀ, ਤੁਸੀਂ ਇਹ ਤਾਂ ਕਹਿੰਦਾ ਸਵਾਲ ਕਰੋ, ਤੁਸੀਂ ਲੋਕਾਂ ਨੂੰ ਸਵਾਲ ਬਣਾ ਕੇ ਦਿਓ ਵੀ ਇਹਨਾਂ ਪਾਰਟੀਆਂ ਤੋਂ ਆਹ ਸਵਾਲ ਪੁੱਛੋ। ਜਦੋਂ ਤੁਸੀਂ ਸਵਾਲ ਬਣਾਓਗੇ ਉਹ 'ਚ ਏਜੰਡੇ ਆਓ। ਤੁਸੀਂ ਤਾਂ ਇੱਕ ਫਰੰਟ ਖੁੱਲਿਆ ਸੀ ਜੂਝ ਦਾ ਪੰਜਾਬ, ਤੁਸੀਂ ਤਾਂ ਉਹਨੂੰ ਵੀ ਉਹਦੀ ਆਲੋਚਨਾ ਕਰਨ ਲੱਗ ਪਏ। ਉਹ ਵੀ ਤਾਂ ਪ੍ਰੈਸ਼ਰ ਦੇ ਗਰੁੱਪ ਸੀ ਨਾ, ਤੁਸੀਂ ਉਹਦੀ ਵੀ ਆਲੋਚਨਾ ਕਰਨ ਲੱਗ ਪਏ ਫਿਰ। ਨਹੀਂ, ਜਿਹੜਾ ਜੂਝ ਦਾ ਪੰਜਾਬ ਆ ਉਹਦੀ ਮੈਂ ਆਲੋਚਨਾ ਹੋਰ ਪ੍ਰਸੰਗ 'ਚ ਕੀਤੀ ਸੀ। ਜੂਝ ਦਾ ਪੰਜਾਬ ਜਿਨ੍ਹਾਂ ਨੇ ਬਣਾਇਆ, ਅੱਜ ਤੋਂ ਪਹਿਲਾਂ ਉਹਨਾਂ ਨੇ ਮੁੱਦਿਆਂ ਦੀ ਸਿਆਸਤ ਕਿੱਥੇ ਲੜੀ ਹੈ ਜੀ? ਮੈਂ ਕਹਿੰਦਾ ਅਸੀਂ ਫਰੰਟ ਬਣਾਇਆ ਸੀ, ਅਸੀਂ ਵੀ ਬਣਾਇਆ ਸੀ ਵੀ ਪੰਜਾਬ ਦੇ ਮੁੱਦੇ ਉਭਾਰਨ ਦੀ ਗੱਲ, ਪਰ ਉਹ 'ਚ ਸਾਰੇ ਬੰਦੇ ਉਹ ਸੀ ਜਿਹੜੇ ਸਮਾਜਿਕ ਲਹਿਰਾਂ 'ਚ ਸਰਗਰਮ ਸੀ, ਇਹ ਮੁੱਦੇ ਉਠਾਉਂਦੇ ਸੀ। ਹੁਣ ਜੇ ਜੂਝ ਦਾ ਪੰਜਾਬ ਵਾਲੇ ਨੂੰ ਕੋਈ ਸਵਾਲ ਪੁੱਛਦਾ ਵੀ ਨਵਜੋਤ ਸਿੰਘ ਸਿੱਧੂ ਵੀ ਮੁੱਦਿਆਂ ਦੀ ਸਿਆਸਤ ਕਰਨ ਨੂੰ ਕਹਿੰਦਾ, ਉਹ ਕਹਿੰਦਾ ਕਿਹੜਾ ਸਿੱਧੂ? ਮੈਂ ਤਾਂ ਕਦੇ ਸੁਣਿਆ ਨਹੀਂ ਵੀ ਸਿੱਧੂ ਕੋਈ ਮੁੱਦਿਆਂ ਦੀ ਸਿਆਸਤ ਕਰਦਾ। ਦੂਜੇ ਨੇ ਜਵਾਬ ਦੇਤਾ ਜੇ ਉਹਦੇ ਕੋਲੇ ਮੁੱਦੇ ਨੇ ਉਹ ਆਪਣੀ ਸਰਕਾਰ ਤੋਂ ਹੱਲ ਕਰਾ ਲੇ। ਹੁਣ ਅਸਲ ਸਮੱਸਿਆ ਕੀ ਆ? ਇੱਕ ਵਰਗ ਇਹੋ ਜਿਹਾ ਸੀ ਜਿਹੜਾ ਲਗਾਤਾਰ ਇਸ ਗੱਲ ਨੂੰ ਕਿਸੇ ਨਾ ਕਿਸੇ ਤਰੀਕੇ ਝੋਲ ਪਾ ਰਿਹਾ ਸੀ ਵੀ ਪੰਜਾਬ 'ਚ ਮੁੱਦਿਆਂ ਦੀ ਸਿਆਸਤ ਨਾ ਹੋਵੇ। ਉਹੀ ਵਰਗ ਸੀ ਜਿਹੜਾ ਕਿਸਾਨ ਅੰਦੋਲਨ ਨੂੰ, ਦੇਖੋ ਸਿੱਧੂ ਦੀ ਇੱਕ ਗੱਲ 'ਚ ਮਾੜਾ ਜਿਹਾ ਫਰਕ ਰਿਹਾ ਸੀ ਕਹਿਣ 'ਚ ਵੀ ਕਿਸਾਨ ਮੇਰੇ ਕੋਲੇ ਆਵੇ, ਖੂਹ ਉਹਦੇ ਕੋਲੇ ਜਾਵੇ, ਕਿੰਨਾ ਚੱਕਤਾ ਸੀ ਫੱਟੇ। ਕਿਸਾਨ ਆਗੂਆਂ ਦੇ ਕੰਨਾਂ 'ਚ ਲਗਾਤਾਰ ਕੰਨਾਂ ਫੂਸੀ ਹੁੰਦੀ ਰਹੀ, ਕਿਉਂਕਿ ਪਾਰਟੀ ਨਾਲ ਤਾਂ ਵੱਡਾ ਰੌਲਾ ਕਾਂਗਰਸ ਨਾਲ ਤਾਂ ਹੈਗੀ ਆ, ਪਰ ਸਿੱਧੂ ਜੋ ਗੱਲ ਲਿਆ ਰਿਹਾ ਵੀ ਉਹਦੇ ਵੱਲ ਕੰਨ ਨਾ ਧਰੋ, ਉਹ ਤੋਂ ਧਿਆਨ ਭਟਕਾਓ। ਮੈਂ ਮੋਰਚੇ ਨੂੰ ਇਹ ਕਿਹਾ ਸੀ ਇਹ ਮੁੱਦਿਆਂ ਤੋਂ ਧਿਆਨ ਭਟਕਾ ਰਿਹਾ, ਅਸਲ 'ਚ ਮੁੱਦੇ ਰੱਖਣ ਦੇਣਾ। ਮੈਂ ਕਹਿੰਦਾ ਕੱਲ ਨੂੰ ਇਹੀ ਸਮੂਹਕ ਸਮਾਜ ਮੋਰਚਾ ਚੱਕ ਕੇ ਸੰਯੁਕਤ ਆਪਣਾ ਜੂਝ ਦਾ ਪੰਜਾਬ ਵਾਲਾ ਏਜੰਡਾ ਜੇਬ 'ਚ ਪਾ ਲੇ। ਇਹਦੇ ਨਾਲ ਮੁੱਦੇ ਥੋੜੇ ਬਣ ਜਾਂਦੇ ਹੁੰਦੇ ਆ ਵੀ 10 ਮੁੱਦੇ ਨੇ, ਵਧੀਆ ਵਧੀਆ ਲਿਖਤੀ ਰੱਖ ਲਓ। ਇਹ ਤਾਂ ਪਾਰਟੀਆਂ ਵੀ ਰੱਖ ਲੈਂਦੀਆਂ ਨੇ, ਵਾਅਦੇ ਵੀ ਕਰਦੀਆਂ ਨੇ। ਸਵਾਲ ਤਾਂ ਇੱਥੇ ਆ ਉਹਨਾਂ ਮੁੱਦਿਆਂ ਪ੍ਰਤੀ ਤੁਹਾਡੀ ਰਿਸਰਚ ਕਿੰਨੀ ਆ, ਤੁਹਾਡੀ ਖੋਜ ਕਿੰਨੀ ਆ, ਤੁਹਾਡੇ ਕੋਲ ਇਹਦਾ ਹੱਲ ਕੀ ਆ? ਤੇ ਕਿਸਾਨ ਆਗੂਆਂ ਨੇ, ਜਥੇਬੰਦੀਆਂ ਨੇ ਇਹਨਾਂ ਮੁੱਦਿਆਂ ਤੇ ਹੁਣ ਤੱਕ ਕੰਮ ਕਿੱਥੇ ਕੀਤਾ? ਤੁਸੀਂ ਮੈਨੂੰ ਇਹ ਸਮਝਾ ਦਿਓ। ਜਾਂ ਇਹਨਾਂ ਮੁੱਦਿਆਂ ਤੇ ਹੁਣ ਤੱਕ, ਇਹ ਤਾਂ ਪੰਜਾਬ ਦੇ ਪਾਣੀ ਵਾਲੀ ਨਹੀਂ ਹੁਣ ਤੱਕ ਇਹ ਬੋਲਦੇ ਰਹੇ, ਪਾਕਿਸਤਾਨ ਨਾਲ ਵਪਾਰ ਖੋਲ੍ਹੋ ਉਹਦੇ ਤੇ ਨਹੀਂ ਇਹ ਹੁਣ ਤੱਕ ਬੋਲਦੇ ਰਹੇ। ਹੁਣ ਤੱਕ ਇਹਨਾਂ ਨੇ ਇਹ ਨਹੀਂ ਸਾਹਮਣੇ ਗੱਲ ਲਿਆਂਦੀ ਵੀ ਪੰਜਾਬ ਦਾ ਜਿਹੜਾ ਨਹਿਰੀ ਪਾਣੀ ਸਿੰਚਾਈ ਸਿਸਟਮ ਤਬਾਹ ਹੋ ਗਿਆ ਉਹਨੂੰ ਬਹਾਲ ਕਰੋ। ਪੰਜਾਬ ਆਪਣੇ ਹਿੱਸੇ ਦਾ ਪਾਣੀ ਵੀ ਨਹੀਂ ਵਰਤ ਰਿਹਾ। ਅਸੀਂ ਕੀ ਕਹਿੰਦੇ ਆ, ਮੱਛੀ ਮੋਟਰਾਂ ਲਾਤੀਆਂ ਵੀ ਜੇ 5 ਦੀ ਥਾਂ 20 ਦੀ ਪਾਵਰ ਆ ਗਈ ਤਾਂ ਸਾਡਾ ਉਹਦਾ ਜਿਹੜਾ ਪਾਵਰ ਵਧਾਉਣ ਦਾ ਰੇਟ ਆ ਉਹ ਖਤਮ ਕਰੋ, ਸਾਨੂੰ ਸਾਰੀ ਖੁੱਲੀ ਛੁੱਟੀ ਦਿਓ। ਜਿਹੜੇ ਇੱਕ ਮਾਡਲ ਦੇ ਰਾਹ 'ਚ ਧੱਕਿਆ ਜਾ ਰਿਹਾ ਸੀ ਪੰਜਾਬ, ਇਹ ਤਾਂ ਉਸੇ ਮਾਡਲ ਦੇ ਪੈਰੋਕਾਰ ਸੀ, ਪੂਰੀ ਤਰ੍ਹਾਂ ਉਹਦੀ ਵਕਾਲਤ ਕਰਦੇ ਸੀ। ਤੁਸੀਂ ਕਿਸੇ ਵੀ ਗੱਲ ਦੇ ਵਿੱਚ ਤੁਸੀਂ ਇਹ ਦੇਖ ਲਓ। ਇਸ ਕਰਕੇ ਕਹਿੰਦੇ ਸੀ ਪ੍ਰਾਈਸ ਸਾੜਨ ਦੀ ਗੱਲ ਆ, ਕਿੱਡਾ ਵੱਡਾ ਮਸਲਾ ਜੀ। ਇਹ ਕਹਿੰਦੇ ਸਾਨੂੰ ਨਹੀਂ ਪਤਾ, ਜੇ ਪੈਸੇ ਦੇਵੋਗੇ ਤਾਂ ਹਟ ਜਾਣਗੇ, ਨਹੀਂ ਅਸੀਂ ਤਾਂ ਸੜਾਂਗੇ। ਸੋ ਇਹ ਜਿਹੜਾ ਪੰਜਾਬ ਦਾ ਕਿਸਾਨ ਅੰਦੋਲਨ ਆ ਬੁਨਿਆਦੀ ਤੌਰ ਤੇ ਆਰਥਿਕਵਾਦੀ ਅੰਦੋਲਨ ਸੀ। ਸਿਆਸੀ ਬਦਲਾਅ ਦੀ ਸੇਧ ਇਹਨਾਂ ਨੇ ਇਖਤਿਆਰ ਨਹੀਂ ਕੀਤੀ, ਕਿਸਾਨ ਜਥੇਬੰਦੀਆਂ ਨੇ। ਦੂਜੀ ਗੱਲ, ਜਦੋਂ
ਕੋਈ ਸਿਆਸੀ ਲੜਾਈ ਲੜਨੀ ਹੁੰਦੀ ਹੈ ਉਦੋਂ ਸਿਆਸੀ ਪਾਰਟੀ ਦਾ ਹੋਣਾ ਜ਼ਰੂਰੀ ਆ। ਮੋਰਚਾ ਸਿਆਸੀ ਜਥੇਬੰਦੀਆਂ ਤਾਂ ਬਣਾ ਲੈਂਦੀਆਂ ਨੇ, ਜਨਤਕ ਜਥੇਬੰਦੀਆਂ ਜਿਨ੍ਹਾਂ ਦਾ ਘੇਰਾ ਸੀਮਤ ਆ, ਜਿਹੜੇ ਕਹਿੰਦੇ ਸੀ ਅਸੀਂ ਇਹਨਾਂ ਗੱਲਾਂ ਤੋਂ ਕੀ ਲੈਣਾ, ਅਸੀਂ ਤਾਂ ਕਿਸਾਨ ਮਸਲੇ ਤੇ ਲੜਨਾ। ਅੱਜ ਤੁਸੀਂ ਸੰਯੁਕਤ ਸਮਾਜ ਕਹਿ ਕੇ ਥੋੜੋ ਸਾਰਿਆਂ ਦੀ ਨੁਮਾਇੰਦਗੀ ਕਰਨ ਲੱਗ ਜਾਓਗੇ, ਜਾਂ ਜਿਹੜੇ ਬਾਕੀ ਸਮਾਜ ਵਾਲੇ ਹੋਣਗੇ ਉਹਨਾਂ ਨਾਲ ਤੁਹਾਡੀ ਸੋਚ ਵਿਚਾਰ ਦਾ ਤਾਲਮੇਲ ਕਿਵੇਂ ਹੋ? ਤੁਸੀਂ ਉਹਨੇ ਗੱਲ ਕਰ ਰਹੇ ਸੀ 117 ਵਿਅਕਤੀ ਜੋ ਸੰਯੁਕਤ ਸਮਾਜ ਮੋਰਚੇ ਨੇ ਦੇਣੇ ਨੇ, 117 ਵਿੱਚੋਂ ਕਿਵੇਂ ਉਹ ਹੁਣ ਜਾਣਗੇ, ਕਿਉਂਕਿ 34 ਸੀਟਾਂ ਰਿਜ਼ਰਵ ਨੇ ਜੀ। ਕਿਸ ਤਰੀਕੇ ਨਾਲ ਹੁਣ ਅੱਗੇ ਜਾ ਕੇ ਇਹ ਪੈਨਲ ਬਣਾਉਣਗੇ ਜਾਂ ਕਿਸ ਤਰੀਕੇ ਨਾਲ ਲੋਕਾਂ ਨਾਲ ਵਿਚਰਨਗੇ, ਉਹ ਸਭ ਤੋਂ ਇੱਕ ਅਹਿਮ ਸਵਾਲ ਹੈ। 22 ਜਥੇਬੰਦੀਆਂ ਨੇ, 3 ਦੀਆਂ ਮੀਟਿੰਗਾਂ ਨੇ, ਸੋਚਦੀਆਂ ਨੇ, ਤੇ ਬਾਕੀ ਜਿਹੜੀਆਂ 7 ਜਥੇਬੰਦੀਆਂ ਨੇ ਵਿੱਚੋਂ ਕੋਈ ਜਥੇਬੰਦੀ ਵੋਟਾਂ ਦੇ ਹੱਕ ਵਿੱਚ ਨਹੀਂ ਵੀ ਹੈਗੀ, ਕੋਈ ਕਹਿੰਦਾ ਅਸੀਂ ਵੋਟਾਂ ਵਾਲੇ ਪਾਸੇ ਨਹੀਂ ਜਾਣਾ, ਕੋਈ ਕਹਿੰਦਾ ਅਸੀਂ ਸਿਆਸਤ ਵਾਲੇ ਪਾਸੇ ਨਹੀਂ ਜਾਣਾ। ਉਹ ਜਥੇਬੰਦੀਆਂ ਜੋ ਨਹੀਂ ਜਾਣਗੀਆਂ ਇਹਨਾਂ ਦੇ ਨਾਲ, ਕਿ ਉਹ ਵਿਰੋਧ ਕਰਨਗੀਆਂ, ਉਹ ਪ੍ਰੈਸ਼ਰ ਬਣਾਉਣਗੀਆਂ। ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਸਾਰੇ ਸਹਿਮਤ ਹਾਂ, ਪਰ ਉਹ ਕਿਸ ਤਰੀਕੇ ਨਾਲ ਜਾ ਕੇ ਅੱਗੇ ਇਹ ਆਪਦੀ ਗੱਲ ਰੱਖਣਗੇ? ਵਿਜੇ ਜੀ ਦੇਖੋ, ਸਾਨੂੰ ਥੋੜਾ ਜਿਹਾ ਹਕੀਕਤ ਮੁਖੀ ਹੋਣਾ ਚਾਹੀਦਾ। ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਆ ਉਗਰਾਹਾਂ, ਜਿਹੜੀ ਉਹਨਾਂ ਦੀ ਲਾਈਨ ਆ ਉਹਨੂੰ ਵੀ ਮੈਂ ਦਰੁਸਤ ਨਹੀਂ ਸਮਝਦਾ। ਜਿਹੜੇ ਕਹਿੰਦੇ ਵੋਟਾਂ ਤੋਂ ਨਾ ਝਾਕ ਕਰੋ, ਆਪਦੀ ਰਾਖੀ ਆਪ ਕਰੋ, ਉਹ ਵੀ ਪੰਜਾਬ ਲਈ ਏਜੰਡਾ ਨਹੀਂ ਪੇਸ਼ ਕਰਦੇ ਸਿਆਸੀ ਪਾਰਟੀ ਮੂਹਰੇ ਵੀ ਇਹਨਾਂ ਗੱਲਾਂ ਦੇ ਜਵਾਬ ਦਿਓ। ਉਹ ਕਹਿੰਦੇ ਕਰ ਲਓ ਜਿਹੜੇ ਵਾਅਦੇ ਕਰਨੇ ਆ ਪੂਰੇ, 5 ਸਾਲ ਲੜ ਕੇ ਤੁਹਾਤੋਂ ਫਿਰ ਪੂਰੇ ਕਰਾਵਾਂਗੇ। ਉਹ ਨਹੀਂ ਕਹਿੰਦੇ ਪੰਜਾਬ ਦੀ ਸਮੱਸਿਆ ਦਾ ਹੱਲ ਕੀ ਆ ਉਹ ਦੱਸੋ ਸਾਡਾ। ਇਸ ਪਾਸੇ ਉਹ ਨਹੀਂ ਤੁਰਦੇ ਤੇ ਇਹ ਵੀ ਨਹੀਂ ਤੁਰੇ ਹੋਏ ਇਸ ਪਾਸੇ। ਵੱਡੀ ਕਿਸਾਨ ਜਥੇਬੰਦੀ ਉਗਰਾਹਾਂ ਬਾਹਰ ਆ, ਮਾਲਵੇ ਦੀ ਲਗਭਗ ਕਿਸਾਨ ਲਹਿਰ ਬਾਹਰ ਆ, ਤੇ ਕਿਰਤੀ ਕਿਸਾਨ ਯੂਨੀਅਨ ਬਾਹਰ ਆ, ਦੂਜਾ ਡੱਲੇ ਵਾਲੇ ਦੇ ਵਿੱਚੋਂ ਬਾਹਰ ਆ, ਡਕੌਂਦੇ ਵਾਲੇ ਦੇ ਵਿੱਚੋਂ ਬਾਹਰ ਨੇ। ਵਿਰੋਧ ਮੈਂ ਕਹਿੰਦਾ, ਮੈਂ ਕਿਹੜੇ ਇਹਨਾਂ ਦਾ ਵਿਰੋਧ ਕਰੂੰ? ਵਿਰੋਧ ਕਰਨਾ ਇੱਕ ਹੋਰ ਗੱਲ ਆ। ਜਦੋਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਜਿਹੜੇ ਰਾਹ ਜਾ ਰਹੇ ਹੋ, ਜਿਵੇਂ ਕਿ ਡਾਕਟਰ ਗਾਂਧੀ ਨੇ ਪੋਸਟ ਪਾਈ, ਜਿਹੜਾ ਆਪ ਨਾਲ ਜਾਣ ਦੀ ਗੱਲ ਚੱਲ ਰਹੀ ਸੀ, ਉਹ ਕਹਿੰਦਾ ਗੰਦ 'ਚ ਨਾ ਜਾਓ, ਜੇ ਡਿੱਗਣਾ ਚਿੱਕੜ 'ਚ ਡਿੱਗੋ। ਉਹਦਾ ਮਤਲਬ ਇਹ ਸੀ ਆਪ ਲੜ ਲਓ, ਤੁਸੀਂ ਕੀ ਲੜ ਲਓ। ਹੁਣ ਕਿਸਾਨ ਜਥੇਬੰਦੀਆਂ ਬਹੁਤ ਸਾਰੀਆਂ ਹੈਗੀਆਂ ਨੇ ਜਿਹੜੀਆਂ ਨੂੰ ਇੱਕ ਟਰਾਲੀ ਵਾਲੀ ਜਥੇਬੰਦੀ ਕਿਹਾ ਜਾਂਦਾ, ਕਈ ਲੈਟਰ ਪੈਡ ਵਾਲੀਆਂ ਜਥੇਬੰਦੀਆਂ ਨੇ। ਮਤਲਬ ਹੁਣ 2 ਜਥੇਬੰਦੀਆਂ ਵੱਡੀਆਂ ਪਹਿਲੀ ਬਾਹਰ ਨੇ, ਮਜ਼ਦੂਰ ਕਿਸਾਨ ਸੰਘਰਸ਼ ਸਮਿਤੀ ਵਾਲੀ ਗੱਲ ਕਰ ਲਈਏ, ਇਹ ਦੂਜੀਆਂ ਆ ਬਾਹਰ ਰਹਿ ਗਈਆਂ। ਜਿਹੜੀਆਂ ਇਹਨਾਂ 'ਚ ਆਉਣਗੀਆਂ ਨਹੀਂ ਆਉਣਗੀਆਂ, ਕਿਵੇਂ ਆਉਣਗੀਆਂ, ਤੁਸੀਂ ਇਹ ਦੇਖ ਲਿਓ। ਇਸ ਕਰਕੇ ਹੁਣ ਕਿਸਾਨ ਜਥੇਬੰਦੀਆਂ ਦਾ ਮੈਂ ਸਤਿਕਾਰ ਕਰਦਾ, ਕੋਈ ਆਗੂ ਵੱਡਾ ਛੋਟਾ ਨਹੀਂ, ਸਾਰਿਆਂ ਦਾ ਸਤਿਕਾਰ ਆ। ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਜੋ ਕਿਸਾਨ ਮੋਰਚੇ 'ਚ ਆਖਰ 'ਚ ਸਮਝ ਆ ਕੇ ਨਿੱਤਰੀ, ਪੰਜਾਬ 'ਚ ਜਦੋਂ ਕਿਸਾਨ ਅੰਦੋਲਨ ਤੁਰਿਆ ਸੀ, ਇਹ ਉਹਦੀ ਸਮਝ ਨਹੀਂ ਸੀ। ਤੁਹਾਡੇ ਯਾਦ ਹੋਏ ਕਹਿੰਦੇ ਸੀ ਉਹਨਾਂ ਕਾਨੂੰਨਾਂ ਦੇ ਵਿੱਚ ਇੱਕ ਕਾਨੂੰਨ ਦੇ ਹੇਠਾਂ ਇਹ ਲਾਈਨ ਪਾ ਦਿਓ ਕਿ MSP ਜਾਰੀ ਰਹੇਗੀ। ਪਰ ਜਦੋਂ ਟਕਰਾਅ ਹੋਇਆ, ਵਿਚਾਰਕ ਧਰਕ ਟਕਰਾਅ ਹੋਇਆ, ਸਾਰੀ ਗੱਲ ਉਧੜੀ ਤੇ ਉਹ ਕਿੱਥੇ ਚਲੀ ਗਈ। ਹੁਣ ਚੋਣਾਂ 'ਚ ਚਿਹਰਾ ਤਾਂ ਤੁਸੀਂ ਦਿਓਗੇ ਨਾ ਜੀ, ਚਿਹਰਾ ਦਿਓਗੇ ਜਦੋਂ ਮੁੱਦਿਆਂ ਦੀ ਗੱਲ ਉੱਭਰੀ, ਉਹਨਾਂ ਦੇ ਹੱਲ ਦੀ ਗੱਲ ਉੱਭਰੀ, ਕਿੱਧਰ ਨੂੰ ਜਾਓ ਜੀ, ਕੀ ਬਦਲ ਲੈ ਕੇ ਆਉਣਗੇ? ਰਾਜੇਵਾਲ ਸਾਹਿਬ ਬਹੁਤ ਵੱਡੇ ਕਿਸਾਨ ਆਗੂ ਨੇ, ਉਹਨਾਂ ਦਾ ਬਹੁਤ ਵੱਡਾ ਕੱਦਾ, ਕਿਸਾਨ ਮੋਰਚੇ 'ਚ ਬਹੁਤ ਹਾਂ ਪੱਖੀ ਰੋਲ ਉਹਨਾਂ ਨੇ ਨਿਭਾਇਆ ਮੋਰਚੇ ਨੂੰ ਸੇਧ ਲਈ ਜਾਂ ਟੇਬਲ ਦੇ ਉੱਤੇ। ਪਰ ਉਹ ਖੇਤੀ ਕਾਨੂੰਨਾਂ ਤੇ ਹਰਾਇਆ ਪਾਰਟੀਆਂ ਨੂੰ, ਸਰਕਾਰਾਂ ਨੂੰ। ਖੇਤੀ ਕਾਨੂੰਨ ਕੀ ਨੇ, ਇਹਨਾਂ ਦਾ ਇੰਪੈਕਟ ਕੀ ਆ, ਸਿਆਸਤ ਦੇ ਵਿੱਚ ਨਹੀਂ ਹਰਾਇਆ ਵੀ ਜਿਹੜੀ ਤੁਹਾਡੀ ਸਾਰੀ ਸਿਆਸਤ ਆ ਉਹ ਕਿਵੇਂ ਲੋਕ ਵਿਰੋਧੀ ਆ ਜਾਂ ਲੋਕ ਪੱਖੀ ਨਹੀਂ, ਜਾਂ ਇਹ ਸਾਰੀ ਮਜ਼ਦੂਰ ਕਿਸਾਨ ਪੱਖੀ, ਕਰਮਚਾਰੀ ਪੱਖੀ, ਪੰਜਾਬ ਪੱਖੀ, ਇਹ ਕਿਵੇਂ ਬਣੂਗੀ? ਕਿਸਾਨ ਆਗੂ ਜਦੋਂ ਇਹਦੇ ਵਿੱਚ ਉਲਝਣਗੇ, ਦੇਖੋ ਸਰਕਾਰ ਦੇਖੋ ਤੁਸੀਂ ਇੱਕ ਗੱਲ ਨੂੰ ਸਮਝੋ, ਭਾਜਪਾ ਦੀ ਇੱਕੋ ਇੱਕ ਨੀਤੀ ਆ ਪੰਜਾਬ 'ਚ, ਹੰਗ ਅਸੈਂਬਲੀ ਆਵੇ। ਇਸੇ ਕਰਕੇ ਉਹ ਵੱਧ ਤੋਂ ਵੱਧ ਘਚੋਲਾ ਪਾਊ ਸਿਆਸਤ ਆ ਜਿਹੜੀ ਇੱਥੇ ਕਰ ਰਹੀ ਆ, ਤਾਂ ਕਿ ਵੱਧ ਤੋਂ ਵੱਧ ਵੋਟਾਂ ਬਣਨੀਆਂ ਜਾਣ। ਪਰ ਦੇਖੋ ਪੰਜਾਬ ਦਾ ਇਤਿਹਾਸ ਇਹ ਰਿਹਾ, ਪੰਜਾਬ ਇੱਕ ਮੋਰੀ ਥਾਈਂ ਲੰਘ ਜਾਂਦਾ ਆਖਿਰ ਦੇ ਵਿੱਚ ਆ ਕੇ। ਮਤਲਬ ਕਈ ਵਾਰ ਸਾਨੂੰ ਲੱਗਦਾ ਇਸ ਰੂਪ ਦੇ ਵਿੱਚ ਤੁਸੀਂ ਯੂਪੀ ਤੇ ਜਿਹੜਾ ਪ੍ਰੈਸ਼ਰ ਸੀ, ਜਦੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਮੁਲਕ ਨੇ ਮੋਹਰੀ ਮੰਨਿਆ, ਉਹਨਾਂ ਨੇ ਕਿਹਾ ਅਸੀਂ ਸਾਰੇ ਇਹਨਾਂ ਨਾਲ ਆ, ਪਰ ਗੱਲਬਾਤ ਕਰਨ 'ਚ ਇਹਨਾਂ ਦੀ ਸਰਦਾਰੀ ਰਹੂ। ਫਿਰ ਸੰਯੁਕਤ ਮੋਰਚੇ ਦੇ ਵਿੱਚ ਵੀ ਇਹਨਾਂ ਨੂੰ ਲਿਆ, ਇਹਨਾਂ ਨੂੰ ਕਿੱਡਾ ਵੱਡਾ ਮਾਣ ਤਾਣ ਦਿੱਤਾ। ਹੁਣ ਇਹਨਾਂ ਨੂੰ ਪੰਜਾਬ 'ਚ ਇਹਨਾਂ ਦੇ ਸਿੰਘ ਫਸਾਤੇ। ਸਿੰਘ ਫਸਾਉਣ ਤੋਂ ਬਾਅਦ ਯੂਪੀ ਉਹ ਆਪਦਾ ਰਾਹ ਪੱਧਰਾ ਕਰੂ, ਤੇ ਮੋੜਵੇਂ ਰੂਪ 'ਚ ਜੋ ਕਿਸਾਨਾਂ ਤੇ ਉਹਨਾਂ ਨੇ ਹਮਲੇ ਕਰਨੇ ਨੇ। ਕਿਉਂਕਿ ਜਿਹੜੀ ਗੱਲ ਨਾਲ ਪਹਿਲਾਂ ਤਾਂ ਬਚਾ ਦੇ, ਅਸੀਂ ਸਿਆਸਤ ਤੋਂ ਕੀ ਲੈਣਾ ਜੀ, ਅਸੀਂ ਉਹ 'ਚ ਨਹੀਂ ਆਉਣਾ। ਹੁਣ ਤਾਂ ਤੁਸੀਂ ਸਿਆਸਤ 'ਚ ਆ ਗਏ ਨਾ ਜੀ। ਅੱਛਾ, ਇੱਕ ਹੋਰ ਅਹਿਮ ਸਵਾਲ ਹੈ, ਫੈਡਰਲ ਢਾਂਚੇ ਦੀ ਗੱਲ, ਖੁਦ ਮੁਖਤਿਆਰੀ ਦੀ ਗੱਲ, ਫੈਡਰਲ ਦੀ ਗੱਲ ਸਟੇਜ ਤੇ ਹੁੰਦੀ ਨਹੀਂ ਜੀ। ਦਿੱਲੀ ਮੋਰਚਾ ਲੱਗਿਆ, ਕੋਈ ਵੀ ਸੰਯੁਕਤ ਸਮਾਜ ਮੋਰਚੇ ਵਿੱਚੋਂ ਕੱਲ ਨੂੰ ਮੁੱਖ ਮੰਤਰੀ ਬਣ ਕੇ ਆ ਜਾਂਦਾ, ਫੈਡਰਲ ਢਾਂਚੇ ਦੀ ਜੋ ਗੱਲ ਹੁੰਦੀ ਹੈ ਕਿ ਉਹੀ ਖੁਦ ਮੁਖਤਿਆਰੀ ਪੰਜਾਬ ਦੀ ਆ ਜਾਏਗੀ। ਦੂਸਰੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਪੰਜਾਬ ਦਾ ਬਣਨ ਦੇ ਨਾਲ ਪੰਜਾਬ ਦੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਸਭ ਤੋਂ ਅਹਿਮ ਸਵਾਲ ਹੈ ਜੋ ਬਾਰ-ਬਾਰ ਸਟੇਜਾਂ ਤੋਂ ਹੁੰਦਾ ਰਿਹਾ ਕਿ ਸੈਂਟਰ ਸਰਕਾਰ ਦਾ ਸਭ ਕੁਝ ਆਪਦੇ ਕੋਲ ਰਹਿ ਗਈ, ਫਿਰ ਪੰਜਾਬ ਕੋਲ ਹੈ ਕੀ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ? ਮੈਂ ਕਹਿੰਦਾ ਬਿਲਕੁਲ ਬੜਾ ਗੰਭੀਰ ਸਵਾਲ ਆ। ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੇ ਸੱਦਾ ਦਿੱਤਾ ਨਾ ਵੀ ਸਾਰੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋ ਕੇ ਰਾਜਾਂ ਤੋਂ ਜਿਹੜੇ ਖੋਹੇ ਹੋਏ ਹੱਕ ਨੇ ਉਹ ਵਾਪਸ ਲੈਣ ਲਈ,
ਹੋਰ ਹੱਕ ਨਾ ਖੋਵੇ, ਉਹਦੇ ਲਈ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ। ਹੁਣ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਕਹੀ ਜਾਣ ਜੋ ਮਰਜੀ, ਜਿਵੇਂ ਵੋਟ ਦੀ ਝੋਟ ਆ ਜੀ, ਉਹਦੇ ਨਾਲ ਕਿੰਨੀਆਂ ਸਹਿਮਤ ਨਹੀਂ ਸੀ, ਪਰ ਫਿਰ ਵੀ ਮੋਰਚੇ ਦੇ ਵਿੱਚ ਚੱਲੀਆਂ। ਫੈਡਰਲ ਢਾਂਚਾ ਉਹਦੇ ਨਾਲ ਨਹੀਂ ਸਹਿਮਤ ਸੀ, ਪਰ ਚੁੱਪ ਰਹੇ। ਪਰ ਹੁਣ ਪੰਜਾਬ 'ਚ ਆ ਕੇ ਤਾਂ ਜਵਾਬ ਦੇਣਾ ਪਊ ਨਾ ਜੀ ਤੁਹਾਨੂੰ। ਨਹੀਂ, ਮੇਰਾ ਸਵਾਲ ਹੈ ਕਿ ਸੰਯੁਕਤ ਸਮਾਜ ਮੋਰਚੇ 'ਚ ਕੱਲ੍ਹ ਨੂੰ ਕੋਈ ਮੁੱਖ ਮੰਤਰੀ ਬਣ ਜਾਂਦਾ, ਪੰਜਾਬ ਦੀਆਂ ਸਮੱਸਿਆਵਾਂ ਘੱਟ ਹੋ ਜਾਣਗੀਆਂ, ਜੋ ਕੇਂਦਰੀਕਰਨ ਹੋ ਰਿਹਾ ਘੱਟ ਹੋ ਜਾਊਗਾ, ਜੋ ਕਿਸਾਨਾਂ ਦੇ ਮੁੱਦੇ ਨੇ ਉਹ ਹੋ ਜਾਣਗੇ, ਪਾਣੀ ਦੇ ਮੁੱਦੇ ਹੱਲ ਹੋ ਜਾਣਗੇ। ਸਵਾਲ ਤਾਂ ਇਹ ਹੈ ਨਾ ਕਿ ਫੈਡਰਲ ਢਾਂਚੇ ਖੁਦ ਮੁਖਤਿਆਰੀ ਵਾਪਸ ਆ ਜਾਊਗੀ। ਮੈਂ ਕਹਿੰਦਾ ਸਰਕਾਰ ਬਣਨ ਨਾਲ ਕੋਈ ਖੁਦ ਮੁਖਤਿਆਰੀ ਨਹੀਂ ਵਾਪਸ ਆਉਂਦੀ, ਇਹ ਲੜਨ ਨਾਲ ਆਉਣੀ ਆ। ਲੜਨ ਵੀ ਇਹ ਨਹੀਂ ਵੀ ਇਕੱਲਾ ਪੰਜਾਬ ਲੜੇ, ਸਾਰੇ ਸੂਬਿਆਂ ਦੇ ਵਿੱਚ ਆਪਸੀ ਤਾਲਮੇਲ ਨਾਲ ਇਹ ਲਹਿਰ ਇੱਕੋ ਸਾਰੀ ਜਾਣੀ ਚਾਹੀਦੀ ਹੈ। ਜਿਵੇਂ 3 ਖੇਤੀ ਕਾਨੂੰਨ ਰੱਦ ਕਰਾਤੇ ਨਾ, ਵੀ ਰਾਜਾਂ ਦੇ ਹੱਕਾਂ ਦਾ ਹਮਲਾ, ਜੇ ਰਾਜਾਂ ਦੇ ਹੱਕਾਂ ਤੇ ਹਮਲਾ ਹੋਇਆ, ਇਹਦਾ ਮਤਲਬ ਹੁਣ ਰਾਜ ਆਪਣੀ ਖੇਤੀਬਾੜੀ ਨੀਤੀ ਬਣਾਉਣ ਨਾ ਜੀ। ਜੇ ਰਾਜਾਂ ਦਾ ਇਹ ਹੱਕ ਆ, ਉਹ ਰਾਜ ਆ ਜਿਹੜੇ ਜਾਂ ਜਥੇਬੰਦੀਆਂ ਨੇ ਇਹ ਰਲ ਕੇ ਮਤਲਬ ਕੇਂਦਰ ਨਾਲ ਲੜਨ ਨਾ ਜੀ, ਚਾਹੇ ਉਹ MSP ਦਾ ਮਸਲਾ ਜਾਂ ਹੋਰ ਖੇਤੀ ਦੀਆਂ ਲਾਗਤ ਕੀਮਤਾਂ ਨੇ ਜਿਹੜੀਆਂ ਉਹਨਾਂ ਨੂੰ ਘੱਟ ਕਰਨ ਦਾ ਮਸਲਾ। ਕੌਣ ਲੜਨ? ਮੈਂ ਕਹਿੰਦਾ ਜਥੇਬੰਦੀਆਂ ਵੀ ਤੇ ਸਰਕਾਰਾਂ ਵੀ, ਜਿਹੜੀ ਵੀ ਸਰਕਾਰ ਬਣੇ, ਇਹਨਾਂ ਦੀ ਬਣ ਜੇ, ਕਾਂਗਰਸ ਦੀ ਬਣ ਜੇ, ਆਪ ਦੀ ਬਣ ਜੇ, ਇਹ ਸਵਾਲ ਵੱਖਰਾ। ਪਰ ਜਿਹੜੀ ਸਰਕਾਰ ਆਪਦੇ ਹੱਕਾਂ ਲਈ ਕੇਂਦਰ ਨਾਲ ਨਹੀਂ ਲੜੂਗੀ, ਮਮਤਾ ਬੈਨਰਜੀ ਕਿਉਂ ਖੜੀ ਹੈ ਜੀ ਪੈਰ ਗੱਡ ਕੇ? ਕਿਉਂਕਿ ਉਹ ਉਸ ਚਾਹੇ ਜਿੰਨੇ ਵੀ ਹੱਕ ਨੇ ਉਹਨਾਂ ਤੇ ਡਟ ਕੇ ਖੜੀ ਆ। ਪੰਜਾਬ ਦੇ ਵਿੱਚ ਅਮਰਿੰਦਰ ਕਿਉਂ ਉੱਡ ਗਿਆ? ਕਿਉਂਕਿ ਉਹ ਭਾਜਪਾ ਦੀ ਨੀਤੀ ਨੂੰ ਲਾਗੂ ਕਰਨ ਲੱਗ ਗਿਆ, ਰਾਸ਼ਟਰਵਾਦ ਦੀ ਨੀਤੀ ਨੂੰ ਲਾਗੂ ਕਰਨ ਲੱਗ ਗਿਆ। 5 ਸਾਲ ਉਹਲੇ 'ਚ ਕਰਦਾ ਰਿਹਾ, ਹੁਣ ਨੰਗੇ ਚਿੱਟੇ ਰੂਪ 'ਚ ਆ ਗਿਆ ਜੀ। ਤੁਸੀਂ ਇਹ ਦੇਖੋ ਨਾ, ਪੰਜਾਬ 'ਚ ਜਿਵੇਂ ਬੰਦੇ ਵਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਆ, ਮਤਲਬ ਠੀਕ ਆ, ਮਤਲਬ ਇਹਦਾ ਮਤਲਬ ਇਹ ਸਾਰੀਆਂ ਸਿਆਸੀ ਪਾਰਟੀਆਂ ਲਗਭਗ ਸਿਆਸਤ ਦੇ ਇੱਕ ਪੇਜ ਤੇ ਚੱਲ ਰਹੀਆਂ ਨੇ। ਅਕਾਲੀਆਂ ਨੂੰ ਭਾਜਪਾ 'ਚ ਜਾਣ ਤੇ ਕੋਈ ਹਰਜ ਨਹੀਂ, ਭਾਜਪਾ ਵਾਲਿਆਂ ਨੂੰ ਕਾਂਗਰਸ 'ਚ ਜਾਣ ਤੇ ਹਰਜ ਨਹੀਂ, ਭਾਜਪਾ ਵਾਲਿਆਂ ਨੂੰ ਅਕਾਲੀਆਂ 'ਚ ਜਾਣ ਤੇ ਕੋਈ ਹਰਜ ਨਹੀਂ। 117 ਬੰਦੇ ਮਿਲ ਜਾਣਗੇ। ਮੈਂ ਕਹਿੰਦਾ ਚੰਗੇ ਵੀ ਬੰਦੇ ਹੋ ਸਕਦਾ ਤੁਹਾਨੂੰ ਮਿਲ ਜਾਣ, ਇਮਾਨਦਾਰ ਵੀ ਮਿਲ ਜਾਣ। ਜਦੋਂ ਤੱਕ ਉਹਨੂੰ ਸਿਆਸਤ ਦੀ ਬੈਕਿੰਗ ਨਹੀਂ ਹੁੰਦੀ, ਜਦੋਂ ਤੱਕ ਸਹੀ ਸਿਆਸਤ ਦਾ ਕੁੰਡਾ ਨਹੀਂ ਹੁੰਦਾ, ਉਹਨੂੰ ਉਹ ਨਹੀਂ ਅਪਣਾਉਂਦੇ। ਚੰਗੇ ਵੀ ਆ ਜਿਹੜੇ ਫੇਲ ਹੋ ਕੇ ਰਹਿ ਜਾਣਗੇ। ਤੁਸੀਂ ਢਾਂਚਾ ਤੁਸੀਂ ਦੇਖੋ, ਤੁਹਾਨੂੰ ਪਤਾ ਇੱਕ ਮੰਤਰੀ ਆ ਫੈਸਲੇ ਕਰਦਾ, ਸਕੱਤਰ ਨਹੀਂ ਚੱਲਣ ਦਿੰਦਾ। ਜਦੋਂ ਸਕੱਤਰ ਉਹ ਤੇ ਵੱਖਰਾ ਨੋਟ ਲਿਖਦੇ, ਉਹ ਫਾਈਲ ਮੁੱਖ ਮੰਤਰੀ ਕੋਲੇ ਜਾਂਦੀ ਆ। ਹੁਣ ਸਾਰੇ ਮੰਤਰੀ ਕਹਿੰਦੇ ਸੀ ਨਾ ਜੀ ਵੀ ਅਸੀਂ ਤਾਂ ਕਹਿੰਦੇ ਸੀ ਅਮਰਿੰਦਰ ਨਹੀਂ ਚੱਲਣ ਦਿੰਦਾ ਸਾਡੀ। ਮੰਨ ਲਓ ਮੁੱਖ ਮੰਤਰੀ ਆ, ਮੰਤਰੀ ਨੇ ਇਹ ਢਾਂਚਾ ਐਡਾ ਜਟਲ ਆ ਨਾ ਜੀ, ਇਹਦਾ ਜਮਹੂਰੀਕਰਨ ਕੀਤੇ ਬਿਨਾ, ਇਹ ਇੱਥੇ ਲੜਾਈ ਪੈਰ ਤੇ ਲੜੇ ਬਿਨਾ ਇਹ ਸੋਧਾਂ ਕਿਹੜੀਆਂ ਸੁਖਾਲੀ ਨੇ। ਅੱਛਾ, ਇਹ ਇੱਕ ਹੋਰ ਸਵਾਲ ਹੈ ਕਿ 117 ਸੀਟਾਂ ਤੇ ਲੜਨ ਦਾ ਫੈਸਲਾ ਹੋ ਗਿਆ ਜੀ। ਹੁਣ ਜਿਹੜੇ ਇਹੀ ਜਥੇਬੰਦੀਆਂ ਜਦੋਂ ਪੂਰੇ ਦੇਸ਼ ਦੀ ਗੱਲ ਕਰ ਲਈਏ, ਦੇਸ਼ ਤੋਂ ਬਾਹਰ ਵੀ ਸਨਮਾਨ ਵੀ ਹੋਇਆ ਇਹਨਾਂ ਦਾ, ਕਿਹਾ ਵੀ ਗਿਆ ਤੁਸੀਂ ਬਿੱਲ ਰੱਦ ਕਰਵਾ ਕੇ ਵਾਪਸ ਆਇਓ, ਜੋ ਇਤਿਹਾਸ ਵਿੱਚ ਨਹੀਂ ਹੋਇਆ। ਹੁਣ ਇਹਨਾਂ ਦੇ ਨਾਲ ਜੋ ਲੋਕ ਸਪੋਰਟ ਕਰਦੇ ਸੀ, ਕਿਉਂਕਿ ਸਾਰੇ ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਸੀ, ਉਦੋਂ ਇਹਨਾਂ ਨੇ ਸਿਆਸਤ ਪਿੱਛੇ ਰੱਖ ਕੇ ਲੋਕਾਂ ਨੂੰ ਸਪੋਰਟ ਕੀਤੀ। ਕੀ ਹੁਣ ਲੋਕ ਜਿਹੜੇ ਬਾਕੀ ਸਿਆਸੀ ਪਾਰਟੀਆਂ ਦੇ, ਚਾਹੇ ਆਮ ਆਦਮੀ ਪਾਰਟੀ ਹੈ, ਕਾਂਗਰਸ, ਅਕਾਲੀ ਹੈ, ਹੁਣ 32 ਜਥੇਬੰਦੀਆਂ ਦੇ ਵਿੱਚ ਜਿਹੜੇ 22 ਜਥੇਬੰਦੀ ਚਲੇ ਗਈਆਂ ਨੇ, ਉਹ ਹਮਲਾ ਵੀ ਤਾਂ ਕਰਨਗੀਆਂ। ਕਿ ਹੁਣ ਉਹ ਕਹਿਣਗੀਆਂ ਕਿ ਇਹੀ 22 ਲੋਕ ਜਿਹੜੇ ਨੇ ਜਾਂ ਅੱਗੇ ਆਉਣ ਜਾਂ ਰਾਜੇਵਾਲ ਸਾਹਿਬ ਨੂੰ ਚਿਹਰਾ ਬਣਾ ਦੇ ਤੋਂ CM ਬਣਨ, ਇਹ ਹੁਣ ਬਾਕੀ ਲੋਕ ਵੀ ਕਹਿਣਗੇ ਜੋ ਬਿਨਾਂ ਸਿਆਸਤ ਤੋਂ ਨਾਲ ਜੁੜੀਆਂ ਸੀ, ਉਹ ਤਾਂ ਸਿਆਸੀ ਹੋ ਗਏ ਨਾ ਹੁਣ ਤਾਂ ਇਹ 22 ਜਥੇਬੰਦੀਆਂ ਨੇ। ਤੁਸੀਂ ਇਹਨਾਂ ਤੇ ਦੋਸ਼ ਲੱਗਦਾ ਰਿਹਾ ਜੀ, ਇਹਨਾਂ ਤੇ ਦੋਸ਼ ਲੱਗਦਾ ਰਿਹਾ ਵੀ ਤੁਸੀਂ ਸੀਟੀ ਰਲਾ ਲੈਂਦੇ ਹੋ ਪਾਰਟੀਆਂ ਨਾਲ। ਕਈ ਸਿੱਧੇ ਰਲਾ ਲੈਂਦੇ ਨੇ, ਕਈ ਅਸਿੱਧੇ ਰਲਾ ਲੈਂਦੇ ਨੇ, ਮੁੜ ਕੇ ਤੁਸੀਂ ਕੋਈ ਅਹੁਦਾ ਹਾਸਲ ਕਰ ਲੈਂਦੇ ਹੋ। ਭੁਪਿੰਦਰ ਸਿੰਘ ਮਾਨ ਰਾਜ ਸਭਾ ਦਾ ਮੈਂਬਰ ਬਣਿਆ ਨਹੀਂ, ਤੇ ਲੱਖੋਵਾਲ 10 ਸਾਲ ਮੰਡੀ ਬੋਰਡ ਦਾ ਚੇਅਰਮੈਨ ਨਹੀਂ ਰਿਹਾ। ਅਗਲੇ ਕਹਿੰਦੇ ਦੱਸੋ ਕਾਰਗੁਜ਼ਾਰੀ ਕੀ ਆ। ਰਾਜੇਵਾਲ ਸਾਹਿਬ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਨਹੀਂ ਕੀਤੀ, ਕਦੇ ਕਾਂਗਰਸ ਦੀ ਨਹੀਂ ਕੀਤੀ। ਉਹ ਗੱਲਾਂ ਸਾਹਮਣੇ ਆਉਣਗੀਆਂ ਵੀ ਇਹਨਾਂ ਦਾ ਮਕਸਦ ਇੱਥੇ ਆਉਣ ਦਾ ਸੀ। ਪਹਿਲਾਂ ਇਹਨਾਂ ਦਾ ਕੱਦ ਛੋਟਾ ਸੀ, ਉਦੋਂ ਇਹ ਐਂ ਕਹਿੰਦੇ ਸੀ ਇੱਕ ਚੀਜ਼ ਆ, ਹੁਣ ਇਹਨਾਂ ਦਾ ਲੋਕਾਂ 'ਚ ਕੱਦ ਵੱਧ ਗਿਆ। ਹੁਣ ਇਹ ਪੰਜਾਬ ਦੀ ਸਿਆਸਤ ਤੇ ਜਾਂ ਸੱਤਾ ਤੇ ਕਬਜ਼ਾ ਹੋਣ ਦੀ ਲੜਾਈ ਲੜ ਰਿਹਾ। ਹੱਕ ਆ, ਮੈਂ ਇਸ ਹੱਕ ਨੂੰ ਨਹੀਂ ਨਕਾਰਦਾ, ਪਰ ਤੁਸੀਂ ਭਲੇ ਮਾਨਸੋ ਕਹੀ ਜੀ ਹਾਲਤ ਦੇ ਵਿੱਚ ਕਿਹੋ ਜਿਹਾ ਫੈਸਲਾ ਲੈ ਰਹੇ ਹੋ, ਇਹਦੇ ਪੰਗੇ ਕੀ ਪੈਣਗੇ। ਤੁਸੀਂ ਆਪ ਹੀ ਕਹਿੰਦੇ ਸੀ ਜਿਹੜੇ ਸਾਡੇ ਮੋਰਚੇ ਦੇ ਹਮਾਇਤੀ ਨੇ ਵੱਖ-ਵੱਖ ਪਾਰਟੀਆਂ ਦੇ ਨੇ ਜੀ, ਤੁਸੀਂ ਆਪ ਹੀ ਕਹਿੰਦੇ ਸੀ ਹਰ ਇੱਕ ਪਿੰਡ ਚੋਂ ਜਥੇਬੰਦੀ ਦੇ 10 ਬੰਦੇ ਨਿਕਲਦੇ ਸੀ ਨਾ, ਹੁਣ ਸਾਰਾ ਪਿੰਡ ਨਿਕਲਣ ਲੱਗ ਗਿਆ ਸੀ। ਹੁਣ ਜਦੋਂ ਤੁਸੀਂ ਵੋਟ ਦੀ ਸਿਆਸਤ ਕਰੋਗੇ ਤਾਂ ਉਹ ਡਿਵੀਜ਼ਨਾਂ ਹੋਣਗੀਆਂ। ਪਹਿਲੀ ਗੱਲ ਤਾਂ ਕੱਲ੍ਹ ਨੂੰ ਇਹ ਵੱਡੀਆਂ ਖਬਰਾਂ ਆਉਣਗੀਆਂ, ਸੰਯੁਕਤ ਨਾ ਪੰਜਾਬ ਦਾ ਕਿਸਾਨ ਅੰਦੋਲਨ ਦਫਾੜ, ਮਤਲਬ ਇਹਦਾ ਤੁਹਾਨੂੰ ਲੱਗਦਾ ਮੀਡੀਆ 'ਚ ਇੰਪੈਕਟ ਨਹੀਂ ਪਊ? ਕਿਉਂਕਿ ਭਾਜਪਾ ਤਾਂ ਚਾਹੁੰਦੀ ਆ ਵੀ ਇਹ ਉਹਨਾਂ ਦੇ ਪਾਲੇ ਜਾ ਕੇ ਲੜਨ, ਤੇ ਇਹਨਾਂ ਨੂੰ ਫੇਰ ਪਤਾ ਲੱਗੂ ਵੀ ਕਿਹੜੇ ਭਾਅ ਵਿਕਦੀ ਆ। ਮੈਂ ਤਾਂ ਕਹਿੰਦਾ 117 ਜਿੱਤ ਜਾਣ, ਮੇਰੀ ਤਾਂ ਅਰਦਾਸ ਇਹ ਆ। ਪਰ ਹਾਲਾਤ ਮੈਨੂੰ ਦਿਸ ਰਹੇ ਨੇ ਕਿਹੇ ਜਿਹੇ, ਹਾਲਾਤ ਤਾਂ ਮੈਨੂੰ ਦਿਸ ਰਹੇ ਨੇ। ਕਿਹੋ ਜਿਹੇ ਹਾਲਾਤ ਦਿਸਦੇ ਨੇ? ਨਹੀਂ ਮਤਲਬ ਹਾਲਾਤ ਬਾਹਲੇ ਚੰਗੇ ਨਹੀਂ ਹੈਗੇ। ਮੈਂ ਇਹਨਾਂ ਨੂੰ ਸਲਾਹਾਂ ਦੇਣ ਵਾਲੇ ਲੋਕ ਨੇ ਜਿਹੜੇ ਵੋਟ ਪਾਉਣ ਨਹੀਂ ਜਾਂਦੇ ਹੁੰਦੇ। ਮੈਂ ਤੈਨੂੰ ਇਹ ਦਿਖਾ ਦਿੰਦਾ
ਇਹ ਜਿਹੜੀ ਲੜਾਈ ਆ ਨਾ, ਇਹ ਜਦੋਂ ਲੜਾਈ ਲੜਨੀ ਆ, ਇਹ 'ਚ ਪੈਸੇ ਦੀ ਵੀ ਲੜਾਈ ਆ, ਇਹ 'ਚ ਬੰਦਿਆਂ ਦੀ ਸ਼ਕਤੀ ਦੀ ਵੀ ਲੜਾਈ ਆ। ਮੈਂ ਕਹਿੰਦਾ ਅਕਾਲੀਆਂ ਦੇ ਪੈਰ ਨਹੀਂ ਲੱਗ ਰਹੇ, ਪਰ ਉਹਨਾਂ ਕੋਲ ਵੱਜਵਾਂ ਕਾਡਰ ਪੂਰਾ ਹੈਗਾ। ਆਮ ਆਦਮੀ ਪਾਰਟੀ ਦੇ ਹੱਕ 'ਚ ਮਾੜੀ ਮੋਟੀ ਹਵਾ ਕਦੇ ਤਾਹਾਂ ਹੁੰਦੀ ਹੈ, ਕਦੇ ਠਾਹਾਂ ਹੁੰਦੀ ਆ। ਉਹਨਾਂ ਕੋਲ ਉਸ ਤਰ੍ਹਾਂ ਦਾ ਵੱਜਵਾਂ ਕਾਡਰ ਹੈ ਨਹੀਂ, ਵੱਜਵਾਂ ਕਾਡਰ ਇਹਨਾਂ ਕੋਲ ਵੀ ਹੈ ਨਹੀਂ। ਤੁਸੀਂ ਜਥੇਬੰਦੀਆਂ ਦਾ ਬੇਸ ਦੇਖ ਲਓ ਜੀ, ਕਿਹੜੀਆਂ ਕਿਹੜੀਆਂ ਦਾ ਕਿੱਥੇ ਕਿੱਥੇ ਕੀ ਬੇਸ ਹੈ। ਸੋ ਇਸ ਕਰਕੇ ਜਦੋਂ ਇਹ ਆ ਜਿਹੜਾ ਨਾ ਵੀ ਪ੍ਰੈਸ਼ਰ ਸੀ, ਅਸੀਂ ਮੰਨ ਲਿਆ ਪ੍ਰੈਸ਼ਰ ਤਾਂ ਤੁਹਾਡੇ ਹਰ ਇੱਕ ਵੇਲੇ ਹੁੰਦਾ ਸੀ, ਪਹਿਲਾਂ ਕਿਹੜਾ ਪ੍ਰੈਸ਼ਰ ਹੁੰਦਾ ਨਹੀਂ ਸੀ। ਸੋ ਇਸ ਕਰਕੇ ਇਸ ਅੰਦੋਲਨ ਨੇ ਜਿਹੜਾ ਸਾਜ਼ਗਾਰ ਮਾਹੌਲ ਬਣਾਇਆ ਸੀ, ਬਾਬੇ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਸਰਬ ਸਾਂਝੀਵਾਲਤਾ ਦੀ ਸਿਆਸਤ, ਆਪਸੀ ਭਾਈਚਾਰਿਆਂ ਦੀ, ਜਾਂ ਤੁਸੀਂ ਕਹਿੰਦੇ ਪਿੰਡਾਂ ਦੇ ਲੋਕਾਂ ਨੂੰ ਵੰਡਣ ਦੀ ਸਿਆਸਤ ਇਹ ਕਰ ਰਹੇ ਨੇ। ਹੁਣ ਤਾਂ ਇੱਕ ਧਿਰ ਤੁਸੀਂ ਬਣੋਗੇ ਨਾ ਜੀ। ਹੁਣ ਇਹ ਤਾਂ ਤੁਸੀਂ ਕਹਿ ਨਹੀਂ ਸਕਦੇ ਵੀ ਜਿਹੜਾ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਸੀ ਉਹ ਇਸ ਕਰਕੇ ਦਿੱਤਾ ਸੀ ਵੀ ਜਿਹੜੀ ਚੋਣ ਲੜੋਗੇ ਤੁਸੀਂ, ਚੋਣ 'ਚ ਜਿਹੜੀ ਸਿਆਸਤ ਅਪਣਾਓਗੇ ਉਹਨੂੰ ਵੀ ਸਮਰਥਨ। ਉਹ ਤਾਂ ਅੱਜ ਤੱਕ ਤੁਹਾਨੂੰ ਨਹੀਂ ਪਤਾ ਵੀ ਸਾਡੀ ਸਿਆਸਤ ਕੀ ਹੋਊ, ਤੇ ਲੋਕ ਸਿਆਸਤ ਕਿਹੜੀ ਨੂੰ ਸਮਰਥਨ। ਫਿਰ ਤਾਂ ਬੰਦਿਆਂ ਦੀ ਲੜਾਈ ਹੋ ਗਈ ਨਾ ਜੀ, ਚਿਹਰਿਆਂ ਦੀ ਲੜਾਈ ਹੋ ਗਈ ਨਾ ਜੀ। ਚਿਹਰੇ ਆਲੇ ਦੁਆਲੇ ਵੀ ਇਮਾਨਦਾਰ ਹੈਗੇ। ਅੱਛਾ, ਇੱਕ ਹੋਰ ਬੜੀ ਚਰਚਾ ਚੱਲਦੀ ਪਈ ਸੀ ਪਿਛਲੇ 3-4 ਦਿਨ ਤੋਂ, ਆਮ ਆਦਮੀ ਪਾਰਟੀ ਨਾਲ ਸਮਝੌਤਾ 35-40 ਦੀਆਂ ਸੀਟਾਂ ਦੇ ਉੱਤੇ ਸ਼ਾਇਦ ਸਹਿਮਤੀ ਹੋ ਜਾਵੇ, ਰਾਜੇਵਾਲ ਸਾਹਿਬ ਹੋਣਗੇ ਸੀਐਮ ਦਾ ਚਿਹਰਾ। ਅੱਜ ਫਿਰ ਕੋਈ ਗੱਲਬਾਤ ਹੋਈ ਨਹੀਂ ਆਮ ਆਦਮੀ ਪਾਰਟੀ ਨੂੰ ਲੈ ਕੇ। ਉਹਨਾਂ ਨੇ ਕਿਹਾ ਫਿਲਹਾਲ 117 ਸੀਟਾਂ ਦੇ ਅਸੀਂ ਚੋਣਾਂ ਲੜਾਂਗੇ, ਅੱਗੇ ਜਾ ਕੇ ਦੇਖਦੇ ਕੀ ਹੋਊਗਾ। ਜੇ ਆਮ ਆਦਮੀ ਪਾਰਟੀ ਦਾ ਸਮਝੌਤਾ ਹੋ ਜਾਂਦਾ ਸੰਯੁਕਤ ਸਮਾਜ ਮੋਰਚੇ ਦਾ, ਫਿਰ ਕੀ ਹੋਊਗਾ? ਵੋਟਰ ਕੀ ਸੋਚੂਗਾ, ਲੋਕ ਕੀ ਸੋਚਣਗੇ? ਫਿਰ ਰਾਜੇਵਾਲ ਸਾਹਿਬ ਬਾਰੇ ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਵੀ ਕਿਹਾ ਸੀ ਵੀ ਰਾਜੇਵਾਲ ਸਾਹਿਬ ਆਪਦੀ ਗੱਲ 'ਚ ਪਾੜੇ ਬਹੁਤ ਛੱਡਦੇ ਨੇ। ਉਹਦੇ ਜਦੋਂ ਦੂਜੇ ਅਰਥ ਨਿਕਲਦੇ ਨੇ ਫਿਰ ਕਹਿੰਦੇ ਨੇ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ। ਜਿਹੜਾ ਉਹਨਾਂ ਨੇ ਕਿਹਾ ਹਾਲ ਦੀ ਘੜੀ ਨਹੀਂ, ਇਹਦੇ ਵਿੱਚ ਆਪਦੇ ਆਪ 'ਚ ਪਿਆ। ਇਹਦਾ ਮਤਲਬ ਤੁਹਾਨੂੰ 117 ਸੀਟਾਂ ਤੇ ਜਿੱਤਣ ਦਾ ਭਰੋਸਾ ਨਹੀਂ। ਇਹਦਾ ਮਤਲਬ ਅੱਗੇ ਕਿਸੇ ਨਾਲ ਵੀ ਅਲਾਇੰਸ ਹੋ ਸਕਦਾ। ਮਤਲਬ ਤਾਂ ਹੁਣ ਜਿੰਨੇ ਮਰਜ਼ੀ ਕੱਢੀ ਜਾਓ, ਤੁਸੀਂ ਕਹੋ ਬਿਲਕੁਲ ਹੀ ਨਹੀਂ ਹੋ ਸਕਦਾ। ਫਿਰ ਮੁੜ ਕੇ ਉੱਥੇ ਆ ਜਾਂਦਾ ਨਾ, ਫਿਰ ਕਿਤੇ ਭਾਜਪਾ ਦੀ ਨੀਤੀ ਤਾਂ ਨਹੀਂ ਸਫਲ ਹੋ ਰਹੀ ਹੰਗ ਅਸੈਂਬਲੀ ਵਾਲੀ, ਜਾਂ ਤੁਸੀਂ ਮੁੱਦੇ ਨਤਾਰੇ ਬਿਨਾ, ਮੁੱਦਿਆਂ ਦਾ ਹੱਲ ਨਤਾਰੇ ਬਿਨਾ ਚੋਣ ਮੈਦਾਨ ਦੇ ਵਿੱਚ ਕੁੱਦ ਗਏ। ਬਾਕੀ ਸਾਰੇ ਵੀ ਇਹੀ ਕੁੱਦੇ ਹੋਏ ਨੇ ਜੀ। ਅੱਛਾ, ਲੋਕ ਸਾਥ ਦੇਣਗੇ? ਜੋ ਕਿਸਾਨੀ ਅੰਦੋਲਨ ਤੋਂ ਲੋਕ ਟਰਾਲੀਆਂ ਭਰ ਕੇ ਦਿੱਲੀ ਗਏ, ਨਾਲ ਆਪਣਾ ਰਾਸ਼ਨ ਲੈ ਕੇ ਗਏ, ਨਾਲ ਉੱਥੇ ਲੰਗਰ ਲਗਾਇਆ, ਸਭ ਕੁਝ ਲੋਕਾਂ ਨੇ ਆਪ ਮੁਹਾਰੇ ਕੀਤਾ। ਕੀ ਲੋਕ ਸਾਥ ਦੇਣਗੇ ਜੋ ਕਿਸਾਨੀ ਅੰਦੋਲਨ ਵਿੱਚ ਉੱਥੇ ਜਾਂਦੇ ਸੀ? ਜਦੋਂ ਤੁਸੀਂ ਕਹਿੰਦੇ ਹੋ ਸਾਡਾ ਅੰਦੋਲਨ ਗੈਰ ਸਿਆਸੀ ਸੀ, ਸਿਆਸਤ ਤੋਂ ਸਾਡੇ ਅੰਦੋਲਨ ਦਾ ਕੋਈ ਸੰਬੰਧ ਨਹੀਂ ਸੀ, ਉਹਨੂੰ ਹਮਾਇਤ ਸੀ। ਹੁਣ ਤੁਸੀਂ ਇਹ ਕਹਿੰਦੇ ਹੋ ਸਾਡੇ ਕੋਲ ਸਿਆਸਤ ਵੀ ਨਹੀਂ ਹੈਗੀ ਹਾਲੇ, ਸਾਡੇ ਕੋਲ ਚਿਹਰਾ ਫਿਰ ਸਾਰਿਆਂ ਕੋਲ ਹੀ ਹੈ ਜੀ। ਕਾਂਗਰਸ ਕੋਲੇ ਨਵਜੋਤ ਸਿੱਧੂ ਆ, ਆਮ ਆਦਮੀ ਪਾਰਟੀ ਕੋਲੇ ਭਗਵੰਤ ਮਾਨ ਹੈਗਾ, ਜਿਨ੍ਹਾਂ ਨੇ ਸਿਆਸੀ ਲੜਾਈਆਂ ਲੜੀਆਂ ਨੇ। ਤੁਹਾਡੇ ਉਹਨਾਂ ਨਾਲ ਲੱਖ ਮਤਭੇਦ ਹੋਣ, ਉਹਨਾਂ ਕੋਲੇ ਚੰਨੀ ਵੀ ਹੈਗਾ। ਚਲੋ ਮੈਂ ਇਕੱਲੇ ਦਾ ਨਾਂ ਕੀ ਲੈਣਾ, ਹਰ ਇੱਕ ਪਾਰਟੀ ਕੋਲੇ ਚਿਹਰਾ। ਜੇ ਉਹੀ ਬੁੱਢੇ ਸਿਆਸਤਦਾਨ ਸੀ ਜਿਹੜੇ ਟਕਸਾਲੀ, ਉਹ ਮੁੜ ਕੇ ਜਾ ਕੇ ਫਿਰ ਸੁਖਬੀਰ ਨੂੰ ਜੱਫੀ ਪਾ ਲਈ ਉਹਨਾਂ ਨੇ, ਉਹਨਾਂ ਕੋਲ ਵੀ ਸੁਖਬੀਰ ਬਾਦਲ ਚਿਹਰਾ ਹੈਗਾ। ਸੋ ਚਿਹਰਿਆਂ ਦੀ ਸਿਆਸਤ ਨਾਲ ਪੰਜਾਬ ਦਾ ਕੋਈ ਹੱਲ ਨਹੀਂ ਹੋਣਾ। ਅੱਛਾ, ਭਰੋਸਾ ਕੀਤਾ ਜਾ ਸਕਦਾ ਇਹ ਚੀਜ਼ ਉੱਤੇ? ਜੇ ਕੱਲ ਨੂੰ ਇਹ ਆਖ ਸੱਤਾ ਵਿੱਚ ਆ ਜਾਂਦੀਆਂ ਨੇ, ਜੇ ਲੋਕ ਐਕਸੈਪਟ ਕਰ ਲੈਂਦੇ ਨੇ, ਇਹ ਭਰੋਸਾ ਕੀਤਾ ਜਾਊਗਾ ਕਿ ਸਿਸਟਮ ਵਿੱਚ ਜਾ ਕੇ ਇਹ ਵੀ ਉਸੇ ਤਰੀਕੇ ਨਾਲ ਹੋ ਜਾਣਗੇ ਜੋ ਅੱਜ ਕੱਲ੍ਹ ਦੇ ਸਿਆਸਤਦਾਨ ਨੇ? ਨਹੀਂ, ਦੇਖੋ ਇੱਕ ਇਹ ਧਾਰਨਾ ਬਣੀ ਹੋਈ ਆ ਵੀ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਜਿਹੜਾ ਸਿਸਟਮ ਦੇ ਵਿੱਚ ਜਾਊ ਉਹ ਸਿਸਟਮ ਵਰਗਾ ਹੋ ਜਾਂਦੇ ਨੇ। ਕਿਉਂ ਹੋ ਜਾਂਦੇ ਨੇ? ਕਿਉਂਕਿ ਆਪਦੇ ਵਿਚਾਰ ਪ੍ਰਤੀ ਸਪਸ਼ਟਤਾ ਨਹੀਂ ਹੁੰਦੀ, ਆਪਦੇ ਵਿਚਾਰ ਤੇ ਦ੍ਰਿੜਤਾ ਨਹੀਂ ਹੁੰਦੀ, ਉਹਦੇ ਲਈ ਲੜਨ ਲਈ ਕੁਰਬਾਨੀ ਕਰਨ ਦਾ ਮਾਦਾ ਨਹੀਂ ਹੁੰਦਾ, ਜਿਹਦੇ ਕਰਕੇ ਜਿਹੜਾ ਜਕੜਾ ਸਿਸਟਮ ਦੀ ਉਹਦੇ ਵਰਗੇ ਉਹ ਬਣ ਜਾਂਦੇ ਨੇ। ਐਂ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਕਾਂਗਰਸ ਪਾਰਟੀ 'ਚ ਕੋਈ ਵੀ ਚੰਗਾ ਨਹੀਂ, ਜਾਂ ਆਮ ਆਦਮੀ ਪਾਰਟੀ 'ਚ ਕੋਈ ਵੀ ਚੰਗਾ ਨਹੀਂ, ਜਾਂ ਅਕਾਲੀਆਂ ਦੇ ਵਿੱਚ ਵੀ ਕੋਈ ਵੀ ਚੰਗਾ ਨਹੀਂ। ਚੰਗੇ ਬੰਦੇ ਤਾਂ ਹੁੰਦੇ ਨੇ, ਪਰ ਜਾ ਕੇ ਫਿੱਟ ਹੋ ਜਾਂਦੇ ਨੇ ਉੱਥੇ, ਜਾਂ ਕਰ ਨਹੀਂ ਸਕਦੇ ਕੁਛ। ਸਿਸਟਮ ਇੱਕ ਇਹੋ ਜਿਹਾ। ਮੈਂ ਕਹਿੰਦਾ ਮੁੱਖ ਮੰਤਰੀ ਆ, ਰਾਜੇਵਾਲ ਸਾਹਿਬ ਮੁੱਖ ਮੰਤਰੀ ਬਣ ਜਾਣ, ਮੰਨ ਲਓ, ਬਾਕੀ ਬੰਦੇ ਨੇ, ਹੁਣ ਉਹ ਬਾਕੀ ਬੰਦਿਆਂ ਦੀ ਕਹੀ ਜੀ ਸਮਝ ਆ ਸਿਸਟਮ ਨਾਲ ਕਿਵੇਂ ਲੜਨਗੇ? ਹੁਣ ਤੱਕ ਤਾਂ ਇਹੀ ਕਹਿੰਦੇ ਰਹੇ ਸੀ ਵੀ ਅਸੀਂ ਨਹੀਂ ਚੋਣਾਂ ਦੇ ਵਿੱਚ ਖੜਨਾ, ਇਹ ਤਾਂ ਹੜੱਪ ਲੈਂਦਾ, ਆਪਦੇ ਵਰਗਾ ਬਣਾ ਲੈਂਦਾ। ਸੋ ਇਹ ਗੱਲਾਂ ਦਾ ਜਵਾਬ ਦੇਣੇ ਪੈਣਗੇ। ਬਹੁਤ ਵੱਡੇ ਸੰਵਾਦ ਦੀ ਲੋੜ ਸੀ। ਸੰਵਾਦ ਤੋਂ ਇਹਨਾਂ ਨੇ ਲਗਾਤਾਰ ਟਾਲਾ ਵੱਟਿਆ, ਏਜੰਡਾ ਬਣਾਉਣ ਤੋਂ ਟਾਲਾ ਵੱਟਿਆ, ਤੇ ਮੁੜ ਕੇ ਆ ਕੇ ਹੁਣ ਸਿੱਧੀ ਛਾਲ ਮਾਰਤੀ। ਮੈਂ ਤਾਂ ਇਹ ਕਹਿ ਸਕਦਾ, ਉਹ ਜਿਵੇਂ ਕਹਿੰਦੇ ਹੁੰਦੇ ਨਾ, ਚੜ ਜਾ ਬੱਚਾ ਸੂਲੀ ਰੱਬ ਭਲੀ ਕਰੂਗਾ, ਕਿਤੇ ਇਹੀ ਜੀ ਗੱਲ ਨਾ ਹੋ ਜੇ। ਪਹਿਲਾਂ ਵੀ ਇੱਕ ਸਵਾਲ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਬੁੱਧੀਜੀਵਾਂ ਨੂੰ, ਅਲੱਗ-ਅਲੱਗ ਤਰੀਕੇ ਨਾਲ ਕਿਸਾਨ ਜਥੇਬੰਦੀ ਨੇ ਵੀ ਹੁੰਦੇ ਰਹੇ। ਚੜੂਰੀ ਸਾਹਿਬ ਨੇ ਇੱਕ ਸਵਾਲ ਕੀਤਾ ਸੀ ਵੀ ਸਿਸਟਮ ਵਿੱਚ ਜਾ ਕੇ ਸਿਸਟਮ ਬਦਲ ਲਓਗੇ ਕਿ ਸਿਸਟਮ ਦੇ ਵਿੱਚ ਬਾਹਰ ਰਹਿ ਕੇ ਸਿਸਟਮ ਨੂੰ ਬਦਲਿਆ ਜਾ ਸਕਦਾ? ਉਹ ਕਹਿੰਦੇ ਵੀ ਸਿਸਟਮ ਨੂੰ ਹੀ ਬਦਲ ਦਿਓ, ਜੋ ਸਿਸਟਮ ਚਲਾਉਂਦੇ ਨੇ ਉਹ ਬੰਦੇ ਹੀ ਬਦਲ ਦਿਓ, ਇਸ ਨਾਲ ਹੋ ਸਕਦਾ ਕਿ ਵਧੀਆ ਸਿਆਸਤ ਆ ਜਾਵੇ। ਜੇ ਇਹ ਸਿਸਟਮ ਦੇ ਵਿੱਚ ਜਾਣਗੇ, ਜੇ ਬਦਲ ਦੇਣਗੇ ਰਾਜਨੀਤੀ ਨੂੰ, ਫਿਰ ਲੱਗਦਾ ਬਾਕੀ ਜਗ੍ਹਾ ਤੇ ਵੀ ਇਸ ਚੀਜ਼ ਦਾ ਇੰਪੈਕਟ ਪਏਗਾ, ਜਾਂ ਬਾਕੀ ਜਗ੍ਹਾ ਦੇ ਵੀ ਉੱਤੇ ਇਹ ਇੱਕ ਮੈਸੇਜ ਜਾਊਗਾ। ਦੇਖੋ, ਮੋਰਚੇ ਨੇ ਕੀ ਸਬਕ ਦਿੱਤਾ? ਅੰਦੋਲਨ ਨੇ ਸਿਸਟਮ ਨੂੰ ਹਿਲਾਤਾ ਨਾ। ਅੰਦੋਲਨ ਬਿਨਾਂ, ਲੋਕ ਲਹਿਰ ਬਿਨਾਂ, ਲੋਕਾਂ ਦੇ ਦਬਾਅ ਬਿਨਾਂ
ਮਤਲਬ ਸਿਸਟਮ ਦੇ ਵਿੱਚ ਹਜਮ ਹੋ ਜਾਂਦੇ ਨੇ ਵੱਡੇ ਵੱਡੇ। ਦੋਹਾਂ ਪੱਧਰਾਂ ਤੇ ਲੜਾਈ ਦੀ ਜ਼ਰੂਰਤ ਆ, ਸੰਘਰਸ਼ ਦੀ ਵੀ ਜ਼ਰੂਰਤ ਆ, ਲੋਕ ਲਾਮਬੰਦੀ ਦੀ ਵੀ ਜ਼ਰੂਰਤ ਆ, ਸਿਸਟਮ ਦੇ ਵਿੱਚ ਜਾ ਕੇ ਸਿਸਟਮ ਦੇ ਖਿਲਾਫ ਲੜਾਈ ਲੜਨ ਦੀ ਵੀ ਜ਼ਰੂਰਤ ਆ। ਇਹਨਾਂ ਨੂੰ ਤੁਸੀਂ ਨਕਾਰ ਨਹੀਂ ਸਕਦੇ, ਪਰ ਕਿਉਂਕਿ ਜ਼ਰੂਰਤ ਆ ਇਸ ਕਰਕੇ ਹਰ ਇੱਕ ਕਹੇ ਮੈਂ ਤਾਂ ਸਿਸਟਮ 'ਚ ਜਾ ਕੇ ਲੜੂ, ਕਿਉਂਕਿ ਉਹ ਬਾਹਰ ਲੜਦਾ ਇਸ ਕਰਕੇ ਹੁਣ ਉਹ ਸਿਸਟਮ 'ਚ ਜਾ ਕੇ ਵੀ ਲੜੂ। ਇਹਦਾ ਭਰੋਸਾ ਕਮਾਉਣਾ ਇਹ ਬੜੀ ਹਿੰਮਤ ਹੁੰਦੀ ਆ। ਮਮਤਾ ਬੈਨਰਜੀ ਨੇ ਦੇਖੋ ਕਿੰਨੇ ਸਾਲ ਲੜਾਈ ਲੜੀ ਆ ਤੇ ਕਿੱਡੀ ਜਮੀ ਹੋਈ ਜਮਾਤ ਕਮਿਊਨਿਸਟਾਂ ਦੀ ਜਿਹੜੀ ਉਹਨੇ ਉਹ ਖੇੜੀ ਆ। ਇਹ ਕਿਸਾਨ ਆਗੂਆਂ ਦੇ ਪੱਲੇ ਸਿਆਸੀ ਲੜਾਈ ਲੜਨ ਦਾ ਨਾ ਤਜਰਬਾ, ਨਾ ਲੜੀ ਆ, ਨਾ ਇਹਨਾਂ ਨੇ ਉਹੀ ਜਿਹੀ ਕੋਈ ਸੋਝੀ ਸਾਹਮਣੇ ਦਿਖਾਈ ਆ। ਇਸ ਕਰਕੇ ਖਤਰੇ ਬਹੁਤ ਜ਼ਿਆਦੇ ਨੇ। ਮੈਂ ਤਾਂ ਇਹ ਕਹਿਣਾ ਚਾਹੁੰਦਾ, ਵੈਸੇ ਤਾਂ ਮੇਰੀਆਂ ਸ਼ੁਭ-ਸ਼ਾਮਾਂ ਨੇ, ਮੈਂ ਕੋਈ ਇਹਨਾਂ ਦਾ ਉਸ ਤਰ੍ਹਾਂ ਦਾ ਵਿਰੋਧੀ ਹੈ ਨਹੀਂ, ਪਰ ਜੋ ਤੁਸੀਂ ਫੈਸਲਾ ਲਿਆ ਉਹਦੇ ਹਾਂ ਪੱਖ ਕੀ ਨੇ, ਨਾ ਪੱਖ ਕੀ ਨੇ, ਉਹ ਵੀ ਸੋਚੋ ਨਾ ਜੀ। ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ, ਅੱਜ ਖੇਤੀ ਮੰਤਰੀ ਦਾ ਬਿਆਨ ਆਇਆ, ਬਿੱਲ ਦੁਬਾਰਾ ਵੀ ਵਾਪਸ ਆ ਜਾਂਦੇ ਨੇ। ਪਹਿਲਾਂ ਤਾਂ ਆਪਾਂ ਕਹਿੰਦੇ ਸੀ ਨਾ ਭਾਜਪਾ ਨੇਤਾ ਨੇ ਕਿਸੇ ਨੇ ਬਿਆਨ ਦਿੱਤਾ, ਹੁਣ ਤਾਂ ਜਿਵੇਂ ਜਿਹਨੂੰ ਆਪਾਂ ਕਹਿ ਦਈਏ ਸਿਰੇ ਤੋਂ ਬਿਆਨ ਆ ਗਿਆ ਨਾ, ਬਿੱਲ ਦੁਬਾਰਾ ਵੀ ਆ ਸਕਦੇ ਨੇ। ਇਹੀ ਦੀ ਹਾਲਤ 'ਚ ਤੁਸੀਂ ਕਮੇਟੀ ਹਾਲੇ ਬਣਨੀ ਆ। MSP ਜਿਹੜਾ ਦੇਸ਼ ਦਾ ਮਸਲਾ, ਸਾਰੇ ਦਾ, ਪੰਜਾਬ ਦਾ ਵੀ ਮਸਲਾ ਕਹੀ ਜੀ ਬਣੇ, ਕਿਵੇਂ ਤੈਅ ਹੋਵੇ, ਉਹ ਤੁਹਾਡੀ ਪੈਂਡਿੰਗ ਖੜੀ ਆ। ਕੀ ਉਹ ਪ੍ਰੈਸ਼ਰ ਲੀਕ ਤਾਂ ਨਹੀਂ ਹੋ ਜਾਊਗਾ? ਅੱਜ ਇਹੀ ਕਿਸਾਨ ਜਥੇਬੰਦੀਆਂ ਏਜੰਡੇ ਲੈ ਕੇ ਪਾਰਟੀਆਂ ਨੂੰ ਕਹਿੰਦੀਆਂ ਆਓ ਦੱਸੋ ਖੇਤੀ ਦਾ ਕੀ ਬਣੂਗਾ, ਕੀ ਆ ਤੁਹਾਡੇ ਕੋਲੇ, ਤੁਹਾਡੇ ਮੈਨੀਫੈਸਟੋ 'ਚ ਕੀ ਦਰਜ ਹੋਊ, ਸਿੱਖਿਆ ਦਾ ਕੀ ਬਣੂਗਾ, ਇਹਦਾ ਕੀ ਬਣੂਗਾ, ਇਹਦਾ ਕੀ ਬਣੂਗਾ, ਦੱਸੋ ਸਾਨੂੰ। ਇਹਨਾਂ ਦੇ ਦਰਬਾਰ 'ਚ ਹੱਥ ਜੋੜ ਕੇ ਪੇਸ਼ ਹੋਣਾ ਸੀ ਉਹਨਾਂ ਨੇ। ਹੁਣ ਕਿੱਦਾਂ ਉਹਨਾਂ ਨੂੰ ਹੁਣ ਤਾਂ ਸ਼ਰੀਕਾਪਣਾ, ਹੁਣ ਤਾਂ ਲੜਾਈ ਆ ਨਾ। ਕਿਸਾਨ ਆਗੂ, ਕਿਸੇ ਆਗੂ ਦੇ ਖਿਲਾਫ ਕੋਈ ਸਿਆਸੀ ਆਗੂ ਮੂੰਹ ਖੋਲਣ ਨੂੰ ਤਿਆਰ ਨਹੀਂ ਸੀ ਵੀ ਕਿਤੇ ਉਲਟ ਨਾ ਪੈ ਜੇ ਗੱਲ। ਜਦੋਂ ਤੁਸੀਂ ਉਹਨਾਂ ਨਾਲ ਲੜਾਈ ਹੋਗੀ ਫਿਰ ਸਿਆਸੀ ਲੜਾਈ ਹੈ ਜੀ, ਫਿਰ ਤੁਸੀਂ ਉਹਨਾਂ ਦੇ ਝੱਗੇ ਪਾੜੋਗੇ, ਤੁਹਾਡੇ ਝੱਗੇ ਪਾੜਨਗੇ। ਉਹ ਜਿਹੜਾ ਦਬਾਅ ਸੀ, ਨੈਤਿਕ ਦਬਾਅ, ਉਹ ਤਾਂ ਇੱਕ ਵਾਰ ਚੱਕਿਆ ਗਿਆ। ਸੰਯੁਕਤ ਸਮਾਜ ਮੋਰਚੇ ਵਿੱਚੋਂ ਕੱਲ ਨੂੰ ਸੱਤਾ ਵਿੱਚ ਆ ਜਾਂਦੀ ਹੈ, ਜਿਹੜੇ ਬਿੱਲ ਕੇਂਦਰ 'ਚ ਆਉਂਦੇ ਸੀ ਕੱਲ ਨੂੰ ਫਿਰ ਬਿੱਲ ਆ ਜਾਂਦੇ ਨੇ, ਲੋਕੀ ਜਾਣਗੇ 32 ਜਥੇਬੰਦੀਆਂ ਵਿੱਚੋਂ ਜੋ ਵੀ ਸਿਆਸਤ ਪੱਖੋਂ ਹੋ ਗਿਆ। ਤਾਂ ਦੇਖੋ ਜੀ ਇਹ ਤਾਂ ਜੋਤਿਸ਼ਵਾਦੀ ਹੁੰਦੀ ਆ। ਜੇ ਤੁਸੀਂ ਦ੍ਰਿੜਤਾ ਨਾਲ ਲੜੇ, ਤੁਸੀਂ ਮੰਨ ਲਓ ਸਰਕਾਰ ਵੀ ਬਣਾ ਲਈ, ਤੁਸੀਂ ਹੁਣ ਨਵਜੋਤ ਸਿੰਘ ਸਿੱਧੂ ਆ ਕਾਂਗਰਸ ਦੇ ਵਿੱਚ ਰਹਿੰਦਾ ਹੋਇਆ ਲੜ ਰਿਹਾ ਨਾ, ਉਹਦੀ ਲੜਾਈ ਦਾ ਇੱਕ ਅਸਰ ਪੈ ਰਿਹਾ ਨਾ। ਦੇਖੋ DGP ਤੇ ਉਹ ਬਦਲਾ ਤੇ ਕਿੰਨੀਆਂ ਗੱਲਾਂ ਦਾ ਫਰਕ ਪੈਣ ਲੱਗ ਗਿਆ, ਕਿੰਨੀਆਂ ਗੱਲਾਂ ਤੇ ਫਰਕ ਪੈਣ ਲੱਗ ਗਿਆ। ਇਹ ਹੁਣ ਸਾਰਿਆਂ ਨੂੰ ਐਂ ਲੱਗਦਾ ਹੋ ਆਹ ਕੀ ਕਰ ਰਿਹਾ ਨਵਜੋਤ ਸਿੱਧੂ, ਇਹ ਨਵੀਂ ਗੱਲਾਂ ਕਰਨ ਲੱਗ ਗਿਆ, ਆਪਣੀ ਸਰਕਾਰ 'ਚ ਐਂ ਕਰਨ ਲੱਗ ਗਿਆ। ਨਵੀਆਂ ਗੱਲਾਂ ਹੁੰਦੀਆਂ ਨੇ, ਨਵੇਂ ਲਾਂਘੇ ਭੰਨਣੇ ਪੈਂਦੇ ਨੇ, ਉਹਨਾਂ ਖਾਤਰ ਵਿਸ਼ਾਲ ਦ੍ਰਿਸ਼ਟੀ ਚਾਹੀਦੀ ਆ ਤੇ ਜਿਗਰਾ ਬਹੁਤ ਤਕੜਾ ਚਾਹੀਦਾ, ਕੁਰਬਾਨੀ ਦੇਣ ਦਾ ਮਾਦਾ ਚਾਹੀਦਾ। 117 ਬੰਦੇ ਜਦੋਂ ਸਾਹਮਣੇ ਆਉਣਗੇ ਨਾ, ਜਦੋਂ ਫਿਰ ਉਹਨਾਂ ਦੀ ਚੀਰ ਫਾੜ ਹੋਈ, ਜਦੋਂ ਕਿਉਂਕਿ ਚਿਹਰਿਆਂ ਤੇ ਸਿਆਸਤ ਆਉਗੀ, ਮੁੱਦੇ ਤਾਂ ਹਾਲੇ ਗਾਇਬ ਨੇ, ਚੋਣ ਸਿਰ ਤੇ ਖੜੀ ਆ। ਮੈਂ ਕਹਿੰਦਾ ਕਿਸੇ ਨੇ 13 29 ਪ੍ਰੋਗਰਾਮ ਦੇਤਾ, ਕਿਸੇ ਨੇ 15 ਦੇਤਾ, ਕਿਸੇ ਨੇ ਕੋਈ ਕਰੀ ਜਾਂਦਾ। ਤੁਸੀਂ ਤਾਂ ਹਾਲੇ ਲੋਕਾਂ ਦੇ ਸਾਹਮਣੇ ਉਹ ਰੱਖਣਾ ਨਾ ਜੀ ਕਾਗਜ਼, ਉਹਦੇ ਬਾਰੇ ਫਿਰ ਤੈਨੂੰ ਸਵਾਲ ਹੋਣਗੇ। ਅੱਜ 5-4 ਸਵਾਲ ਹੋਏ ਨੇ, ਨਾਲ ਦੀ ਨਾਲ ਕਿਵੇਂ ਬੋਂਦਲਗੇ, ਨਾਲ ਦੀ ਨਾਲ। ਪਹਿਲੀ ਪ੍ਰੈਸ ਕਾਨਫਰੰਸ ਸੀ ਨਾ ਜੀ, ਜਦੋਂ ਅਗਲੀ ਪ੍ਰੈਸ ਕਾਨਫਰੰਸ ਹੋਊ ਫਿਰ ਹੋਰ ਤਾਬੜਤੋੜ ਹਮਲੇ ਹੋਣਗੇ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਮਾਲਵਿੰਦਰ ਸਿੰਘ ਮਾਲੀ। ਇੰਟਰਵਿਊ ਕਰਨ ਦਾ ਮਕਸਦ ਇਹ ਸੀ ਕਿ ਸੰਯੁਕਤ ਸਮਾਜ ਮੋਰਚਾ ਇੱਕ ਫਰੰਟ ਐਲਾਨ ਦਿੱਤਾ ਗਿਆ, 117 ਸੀਟਾਂ ਦੇ ਉੱਤੇ ਚੋਣ ਲੜੂਗਾ ਜਾ ਕੇ। ਪਰ ਸਭ ਤੋਂ ਅਹਿਮ ਸਵਾਲ ਇਹ ਕਿ ਸਿਸਟਮ ਦੇ ਵਿੱਚ ਜਾ ਕੇ, ਪਹਿਲਾਂ ਕਿਸਾਨ ਸਿਸਟਮ ਦੇ ਵਿੱਚ ਨਹੀਂ ਸੀ, ਉਸ ਦੇ ਬਾਵਜੂਦ ਵੀ ਬਿੱਲ ਰੱਦ ਕਰਵਾ ਕੇ ਪੰਜਾਬ ਜਾਂ ਅਲੱਗ-ਅਲੱਗ ਸੂਬੇ ਵਾਪਸ ਮੁੜੇ ਨੇ। ਕਿ ਸਿਸਟਮ ਦੇ ਰਾਹੀਂ ਕੋਈ ਇਹੋ ਜਿਹਾ ਰਾਹ ਨਿਕਲਦਾ ਪੰਜਾਬ ਨੂੰ ਉਸ ਦੇ ਹੱਕ ਮਿਲ ਜਾਣਗੇ, ਕਿ ਸਿਆਸਤ ਦੇ ਰਾਹੀਂ ਕੋਈ ਮੁੱਖ ਮੰਤਰੀ ਬਣ ਜਾਏਗਾ ਕਿਸਾਨਾਂ ਦੇ ਵਿੱਚੋਂ, ਕਿ ਪੰਜਾਬ ਦੇ ਮੁੱਦੇ ਹੱਲ ਹੋ ਜਾਣਗੇ। ਬਾਰ-ਬਾਰ ਇੱਕ ਚੀਜ਼ ਕਹੀ ਜਾਂਦੀ ਸੀ ਕੇਂਦਰ ਸਰਕਾਰ ਸਭ ਕੁਝ ਲੈ ਗਈ ਪੰਜਾਬ ਦਾ ਜਾਂ ਬਾਕੀ ਸੂਬਿਆਂ ਦਾ, ਕਿਉਂਕਿ ਫੈਡਰਲ ਢਾਂਚੇ ਉੱਪਰ ਚੋਟ ਮਾਰਿਆ ਕੇਂਦਰ ਸਰਕਾਰ, ਕਿ ਕੇਂਦਰ ਸਰਕਾਰ ਵਾਪਸ ਉਹੀ ਖੁਦ ਮੁਖਤਿਆਰੀ ਪੰਜਾਬ ਨੂੰ ਜਾਂ ਬਾਕੀ ਸੂਬਿਆਂ ਨੂੰ ਦੇ ਦੇਗੀ ਜੇ ਕਿਸਾਨ ਜੋ ਨੇ ਕੱਲ ਨੂੰ ਕੁਰਸੀ ਉੱਤੇ ਕਾਬਜ ਹੋ ਗਏ। ਅਹਿਮ ਸਵਾਲ ਹੈ ਕਿ ਬਾਕੀ ਮੁੱਦੇ ਹੱਲ ਹੋਣਗੇ? ਸਿਰਫ ਖੇਤੀ ਦੇ ਮੁੱਦੇ ਨਹੀਂ, ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵੀ ਮੁੱਦੇ ਨੇ, ਕਿ ਉਹ ਹੱਲ ਹੋਣਗੇ? ਇਹ ਸਭ ਤੋਂ ਅਹਿਮ ਸਵਾਲ ਹੈ। ਤਾਂ ਦੇਖਾਂਗੇ ਅੱਗੇ ਜਾ ਕੇ ਕਿ ਲੋਕ ਪ੍ਰਵਾਨ ਕਰਨਗੇ ਜਾਂ ਲੋਕ ਨਕਾਰਨਗੇ। ਇਹ ਆਉਣ ਵਾਲੇ ਸਮੇਂ ਦੇ ਵਿੱਚ ਪਿਆ। ਲੋਕਤੰਤਰ 'ਚ ਲੋਕ ਵੱਡੇ ਨੇ, ਲੋਕਾਂ ਨੇ ਫੈਸਲਾ ਕਰਨਾ ਹੈ। ਪਰ ਇੱਕ ਫਰੰਟ ਆ ਗਿਆ, ਕਹਿ ਰਹੇ ਸੀ ਬਾਰ-ਬਾਰ ਪ੍ਰੈਸ਼ਰ ਪਾਇਆ ਜਾ ਰਿਹਾ ਲੋਕਾਂ ਵੱਲੋਂ, ਉਹ ਪ੍ਰੈਸ਼ਰ ਦਾ ਜਵਾਬ ਇਹਨਾਂ ਨੇ ਸੰਯੁਕਤ ਸਮਾਜ ਮੋਰਚੇ ਦੇ ਨਾਲ ਦਿੱਤਾ ਹੈ।